ਅਤੇ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਪਲੀਜ਼। ਅੱਜ ਆਪਾਂ 1378 1378 ਅੰਗ ਤੋਂ ਸ਼ੁਰੂ ਕਰ ਰਹੇ ਹਾਂ। 17ਵਾਂ ਸ਼ਲੋਕ ਲੈ ਰਹੇ ਹਾਂ ਫਰੀਦ ਜੀ ਦਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਫਰੀਦ ਜੀ ਕਹਿੰਦੇ ਆ ਭਾਈ ਦੇਖ, ਖਾਕ ਜਿਹੜੀ ਹੈਗੀ ਆ, ਖਾਕ ਨੂੰ ਨਿੰਦਣਾ ਨਹੀਂ ਚਾਹੀਦਾ ਵੀ ਥੱਲੇ ਹੈਗੀ, ਨੀਵੀਂ ਹੈਗੀ, ਬਹੁਤ ਥੱਲੇ ਰਹਿੰਦੀ ਆ। ਕਹਿੰਦੇ ਭਾਈ ਇਹੀ ਜਿਹੜੀ ਹੈਗੀ ਆ ਮਰਨ 'ਤੇ ਉੱਪਰ ਆ ਜਾਂਦੀ ਹੈ ਭਾਈ ਖਾਕ। ਐਸੀ ਖਾਕ ਆ। ਜੀਵਨ ਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਇਸ ਕਰਕੇ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਨਿਮਰਤਾ ਗਰੀਬੀ ਦੇ ਵਿੱਚ ਹੰਬਲ ਰਹੂਗਾ, ਸਭ ਤੋਂ ਆਪਣੇ ਆਪ ਨੂੰ ਨਿਮਾਣ 'ਤੇ ਰੱਖੂਗਾ। ਦੇਖੋ ਨਿਮਾਣ ਵੱਲ ਨੂੰ ਜਿਹੜਾ ਹੈਗਾ ਪਾਣੀ ਨਿਮਾਣ ਵੱਲ ਨੂੰ ਚੱਲਦਾ ਹੈ। ਟਿੱਬੇ 'ਤੇ ਕੱਖ ਨਹੀਂ ਹੁੰਦਾ, ਕੱਖ ਨਹੀਂ, ਸੁੱਕਾ ਰਹਿੰਦਾ ਟਿੱਬਾ। ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜਾ ਵੀ ਨਿਉ ਕੇ ਚੱਲਦਾ ਹੈ ਭਾਈ, ਉਹ ਪੂਰਾ ਦਾ ਪੂਰਾ ਭਰ ਜਾਂਦਾ ਹੈ। ਜੀਵਨ ਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਔਰ ਦੇਖ ਲਓ ਜੀਵਨ ਜਿਹੜਾ ਨਿਮਰਤਾ ਦੇ ਵਿੱਚ ਜਾਊਗਾ, ਉਸੇ ਕੋਲ ਜਿਹੜਾ ਹੈਗਾ ਉਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨੇੜੇ ਹੋ ਜਾਏਗਾ ਭਾਈ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਖਾਕ ਨਾ ਨਿੰਦੀਏ, ਜੀਵ ਦੀਆਂ ਪੈਰਾਂ ਥੱਲੇ ਮੋਇਆ ਉੱਪਰ ਹੋਏ। ਖਾਕ ਹੀ ਹੈ। ਵੇਖ ਲਓ, ਵੈਸੇ ਤੇ ਰੌਲਾ ਪਾ ਹੀ ਦਿੰਦੇ ਹਾਂ ਆਪਾਂ ਕਿ ਘਟਾ ਆ ਗਿਆ, ਘਰਾਂ 'ਚ ਮਿੱਟੀ ਉੱਡਦੀ ਹੈ। ਪਰ ਉਹ ਕਹਿੰਦੇ ਆ ਕਿ ਇਸ ਟਾਈਮ ਜਿਹੜੀ ਤੇਰੇ ਪੈਰਾਂ ਦੇ ਥੱਲੇ ਆ ਨਾ, ਇੱਕ ਸਮਾਂ ਆਏਗਾ ਤੂੰ ਇਹਦੇ ਥੱਲੇ ਆ ਜਾਣਾ। ਮੁਸਲਮਾਨ ਵੇਖਿਆ, ਉਹ ਨੱਪ ਦਿੰਦੇ ਥੱਲੇ। ਸਾਡਾ ਤੇ ਪਤਾ ਨਹੀਂ ਲੱਗਦਾ, ਸਵਾਹ ਸੂਤ ਨਹੀਂ ਕਿਤੇ ਚੱਲ ਜਾਂਦੀ। ਆਪਾਂ ਤਾਂ ਉਸ ਤੋਂ ਵੀ ਚਲੇ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ, ਖਤਮ ਹੀ ਹੋ ਜਾਂਦੇ ਆ। ਉਹਨਾਂ ਦੇ ਤੇ ਇੱਕ ਗਰੰਟੀ ਇੱਕ ਜਗ੍ਹਾ ਤੇ ਪਿਆ ਸਾਰਾ ਕੁਝ। ਮੈਨੂੰ ਸਾਡਾ ਤੇ ਪਤਾ ਹੀ ਕੋਈ ਨਹੀਂ ਕਿੱਥੇ ਕੀ ਚੱਲ ਗਿਆ। ਕੋਈ ਅੱਗ 'ਚ ਸਾੜ ਦਿੱਤਾ ਜਾਂਦਾ ਹੈ, ਕੋਈ ਮਿੱਟੀ 'ਚ ਚੱਲ ਜਾਂਦਾ ਵਾ, ਤੇ ਰਹਿੰਦਾ ਖੁੰਦਾ ਕਹਿੰਦੇ ਪਾਣੀ 'ਚ ਰੋੜ ਦੋ, ਹੋ ਗਿਆ ਜੀ। ਤਿੰਨ ਤੱਤ ਤੇ ਇੱਥੇ ਹੀ ਲੱਗ ਹੋ ਜਾਂਦੇ ਆ। ਬਿਲਕੁਲ ਠੀਕ ਹੈ ਜੀ। ਇਹ ਕਹਿਣ ਤੋਂ ਭਾਵ ਇਹੋ ਹੀ ਆ ਕਿ ਇਹ ਵੈਸੇ ਵੀ ਧਰਤੀ ਦੀ ਗੱਲ ਕਰਦੇ ਆ। ਖਾਕ ਦਾ ਮਤਲਬ ਹੈ ਮਿੱਟੀ। ਮਿੱਟੀ ਬੜੀ, ਇਹ ਧਰਤੀ ਮਾਤਾ ਹੈ। ਧਰਤੀ ਮਾਤਾ ਚੋਂ ਹੀ ਸਾਰਾ ਕੁਝ ਮਿਲਦਾ ਹੈ। ਅਸੀਂ ਸਾਰਾ ਜੀਵਨ ਇੱਥੇ ਬਤੀਤ ਕਰਦੇ ਹਾਂ। ਵੈਸੇ ਵੀ ਇਹ ਨਮਸਕਾਰ ਦੇ ਯੋਗ ਹੈ ਧਰਤੀ, ਠੀਕ ਹੈ। ਔਰ ਵੈਸੇ ਵੀ ਨਿੰਦਣ ਵਾਸਤੇ ਤਾਂ ਕੁਛ ਵੀ ਨਹੀਂ ਹੈਗਾ। ਜੇ ਆਪਾਂ ਕਿਸੇ ਚੀਜ਼ ਦੀ ਨਿੰਦਿਆ ਵੀ ਕਰਦੇ ਹਾਂ ਤੇ ਉੱਥੇ ਸਾਡੀ ਲੈਕ ਆਫ ਕਪੈਸਿਟੀ ਆ, ਸਾਡੇ ਵੱਲੋਂ ਕੁਛ ਗਲਤੀ ਹੋਵੇਗੀ। ਹਾਂਜੀ ਨਿੱਜਰ ਸਾਹਿਬ। ਆਪਾਂ ਜਿਹੜੇ ਨਾ ਐਕਚੁਅਲੀ ਕੀ ਹੁੰਦਾ ਨਾ, ਦੇਖੋ ਗੋਰਖ ਸਾਹਿਬ, ਗਰੀਬ ਆਦਮੀ ਜਿਹੜਾ ਹੁੰਦਾ ਨਾ ਵਿਚਾਰਾ ਨਿਮਾਣਾ ਜਿਹਾ, ਉਹਨੂੰ ਲੋਕੀ ਐਵੇਂ ਹੀ ਸਮਝਦੇ ਆ। ਬਸ ਇਹ ਗੱਲ ਆ, ਫਰੀਦ ਜੀ ਇਹ ਕਹਿ ਰਹੇ। ਹਾਂ, ਤੇ ਜਦੋਂ ਕੋਈ ਵੀ ਚੀਜ਼ ਆ ਜਿਹੜੀ ਵੀ ਲੋਅ ਆ, ਉਹਨੂੰ ਨਿੰਦੋ ਨਾ। ਕੋਈ ਵੀ ਚੀਜ਼ ਆ, ਕੋਈ ਵੀ ਚੀਜ਼ ਜਿਹੜੀ ਲੋਅ ਆ, ਬਿਲਕੁਲ ਉਹਨੂੰ ਨਾ ਨਿੰਦੀਏ ਤੇ ਚੰਗੇ ਆ। ਉਹਦਾ ਕਾਰਨ ਕੀ ਹੋਊਗਾ? ਇਹਦਾ ਕਾਰਨ ਤੇ ਇਹੋ ਹੀ ਆ ਕਿ ਆਪਣਾ ਧਿਆਨ ਐਵੇਂ ਆਪਾਂ ਲੋਕਾਂ ਤੇ ਲੈ ਜਾਂਦੇ ਆ, ਜਦ ਕਿ ਸਾਨੂੰ ਜ਼ਿਆਦਾ ਕੰਮ ਜਿਹੜਾ ਆਪਣੇ ਆਪ ਤੇ ਕਰਨ ਦੀ ਲੋੜ ਹੈ। ਦੂਜੀ ਦਾ ਆਪਾਂ ਜ਼ਿਆਦਾ ਮਤਲਬ ਨਾ ਧਿਆਨ ਦੇਈਏ ਦੂਜਿਆਂ ਵੱਲ, ਜ਼ਿਆਦਾ ਧਿਆਨ ਸਾਡਾ ਆਪਣੇ ਉੱਪਰ ਚਾਹੀਦਾ। ਇਹ ਬਹੁਤ ਇੰਪੋਰਟੈਂਟ ਹੈ। ਅਸੀਂ ਮਤਲਬ ਜੇਕਰ ਨਿੰਦਿਆ ਮਤਲਬ ਕਿਸੇ ਵੀ ਲੈਵਲ ਤੇ ਲਾ ਲਓ, ਜੋ ਆਪਣੇ ਤੋਂ ਲੋ ਆ, ਤੇ ਉਹ ਜੇਕਰ ਉਹਦੇ ਪ੍ਰਤੀ ਸਾਡੇ ਅੰਦਰ ਨਿੰਦਿਆ ਆ ਰਹੀ ਆ, ਇਹ ਸਾਨੂੰ ਸੋਚਣ ਦੀ ਲੋੜ ਹੈ। ਦੇਖੋ, ਸਭ ਤੋਂ ਪਹਿਲਾਂ ਸਾਡੇ ਅੰਦਰ ਨਾ ਵਿਚਾਰ ਆਉਂਦਾ ਹੈ ਤੇ ਵਿਚਾਰ ਨੇ ਮੁੜ ਕੇ ਸਾਡੀ ਫੀਲਿੰਗ ਦਾ ਰੂਪ ਧਾਰਨ ਕਰ ਲੈਣਾ। ਤੁਹਾਨੂੰ ਕਿਸੇ ਦਾ ਫੋਨ ਆਇਆ, ਮਨ 'ਚ ਵਿਚਾਰ ਆ ਗਿਆ। ਹੁਣ ਉਸ ਬੰਦੇ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੇ ਤੁਹਾਡੇ ਅੰਦਰ ਵੇਖੋ ਇੱਕ ਅਜੀਬੋ ਗਰੀਬ ਕਿਸਮ ਦਾ ਕੈਮੀਕਲ ਪੈਦਾ ਹੋ ਜਾਣਾ, ਨਫ਼ਰਤ ਦਾ। ਬਿਲਕੁਲ ਉਹ ਪ੍ਰੋਸੈਸ 'ਚ ਚੱਲ ਪਿਆ। ਹੁਣ ਜਦ ਤੱਕ ਉਹ ਗੱਲ ਭੁੱਲਦੀ ਨਹੀਂ ਹੈ ਤਦ ਤੱਕ ਉਹਦੀਆਂ ਤਰੰਗਾਂ ਚਿੱਤ ਤੇ ਆਈ ਜਾਣਗੀਆਂ। ਹੁਣ ਇੰਨਾ ਉਹ ਖਤਰਨਾਕ ਚੀਜ਼ ਆ
ਕਿ ਸਾਡੀ ਬੋਡੀ ਉਸ ਟਾਈਮ ਤੇ ਇੱਕ ਬਹੁਤ ਜ਼ਹਿਰੀਲਾ ਕੈਮੀਕਲ ਛੱਡਦੀ, ਟੌਕਸਿਕ ਲੋਕ ਦੇਖੇ, ਕਈ ਲੋਕ ਘਰਾਂ 'ਚ ਰਹਿੰਦੇ ਨੇ, ਟੌਕਸਿਕ ਹੁੰਦੇ ਨੇ, ਉਹ ਜ਼ਹਿਰ ਵਰਗੇ ਲੋਕ ਹੁੰਦੇ ਨੇ, ਉਹ ਜਿੱਧਰ ਜਾਣਗੇ ਜ਼ਹਿਰ ਹੀ ਜ਼ਹਿਰ। ਇੱਕ ਕੀੜਾ ਵੇਖਿਆ ਕਿ ਕੀੜੇ ਹੁੰਦੇ ਉਹਨਾਂ ਕੋਈ ਜ਼ਹਿਰ ਹੁੰਦਾ, ਉਹ ਜਿੱਧਰ ਜਾਣਗੇ ਉੱਧਰ ਜ਼ਹਿਰ ਹੀ ਛੁੱਟੀ ਜਾਣਗੇ। ਉਸੇ ਤਰ੍ਹਾਂ ਇਨਸਾਨ ਵੀ ਹੁੰਦੇ ਆ। ਘਰ ਵਾਲੇ ਗੁਰਕੀ ਸਾਹਿਬ ਸ਼ੁਕਰ ਮਨਾਉਂਦੇ ਆ ਕਿ ਗਿਆ ਹੁਣ ਦਫ਼ਤਰ ਕਿ ਇੰਨੀ ਦੇਰ ਲਾ ਕੇ ਆਊਗਾ, ਚੈਨ ਨਾਲ ਜੀਏ। ਇਹ ਜ਼ਹਿਰ ਬਾਹਰ ਗਿਆ ਤੇ ਜਦੋਂ ਫਿਰ ਘਰੇ ਆਉਂਦਾ ਐਂਟਰੀ ਮਾਰਦਾ, ਨਾਲ ਹੀ ਸਾਰੇ ਆਪੋ ਆਪਣੀ ਪੋਜੀਸ਼ਨ ਤੇ ਚੱਲ ਜਾਂਦੇ ਆ, ਕਹਿੰਦੇ ਬੰਦਾ ਆ ਗਿਆ ਵਾਪਸ, ਡਿਕਟੇਟਰ। ਠੀਕ ਹੈ ਜੀ, ਅੱਗੇ ਚੱਲੇ ਨੇ ਚੱਲਦਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਗੁਰਕੀ ਸਾਹਿਬ ਮੇਰਾ ਵੀ ਇਹੀ ਹਾਲ ਸੀਗਾ, ਮੈਂ ਆਪਣਾ ਹੀ ਦੱਸ ਦਿੰਦਾ ਤੁਹਾਨੂੰ। ਮੈਨੂੰ ਬੱਚੇ ਜਿਹੜੇ ਆ ਨਾ ਕਹਿੰਦੇ ਸੀ ਟਾਈਗਰ। ਮੈਂ ਤਾਂ ਪੜ੍ਹਾਈ ਕਰਾਉਣੀ ਹੁੰਦੀ ਸੀ, ਦਫ਼ਤਰ ਤੋਂ ਜਾਣਾ, ਫਿਰ ਪੜ੍ਹਾਈ ਕਰਾ ਕੇ 5 ਵਜੇ ਫਾਲਨ ਕਰ ਲੈਣ, ਨਿਤਨੇਮ ਕਰੋ, ਤਿਆਗ ਕਰੋ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੜ੍ਹਾਈ। ਅਤੇ ਬਾਅਦ ਵਿੱਚ ਮੈਂ 9:30 ਦਫ਼ਤਰ ਲੱਗਦਾ ਸੀ, 9 ਵਜੇ ਮੈਂ ਜਾਂਦਾ ਸੀਗਾ, ਅਤੇ ਬਹੁਤ ਤੇਜ਼ ਮੋਟਰਸਾਈਕਲ ਚਲਾ ਕੇ ਜਾਣਾ ਮੈਂ ਪੂਰਾ ਉੱਥੋਂ ਸਿਕੰਦਰਾਬਾਦ ਤੋਂ ਹੈਦਰਾਬਾਦ ਜਾਣਾ। ਅਤੇ ਬਾਅਦ ਵਿੱਚ ਮੈਂ 5:30 ਪੌਣੇ 6 ਮੇਰਾ ਦਫ਼ਤਰ ਖਤਮ ਹੁੰਦਾ ਸੀ, ਆ ਕੇ 7 ਵਜੇ ਆ ਕੇ ਫਿਰ ਬੱਚਿਆਂ ਨੂੰ ਫਾਲਨ ਕਰ ਲੈਂਦਾ ਸੀ। ਦੂਰੋਂ ਹੀ ਦੇਖ ਲੈਂਦੇ ਸੀ, ਕਹਿੰਦੇ ਆ ਟਾਈਗਰ ਆ ਗਿਆ, ਭੱਜੋ ਭਾਈ ਟਾਈਗਰ ਆ ਗਿਆ। ਹੋ ਜਾਂਦਾ ਕੋਈ ਗੱਲ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਭਾਈ ਨਿਮਰਤਾ ਰੱਖੀਏ ਅਤੇ ਤਾਂ ਹੀ ਪਰਮਾਤਮਾ ਜਿਹੜਾ ਹੈਗਾ ਉਹਨੇ ਵੀ ਨਿਮਰਤਾ ਦੇ ਨਾਲ ਹੀ ਮਿਲਣਾ ਹੈ ਭਾਈ। ਅਤੇ ਦੂਸਰਾ ਨੁਕਤਾ ਫਰੀਦ ਜੀ ਦੇ ਰਿਹਾ, ਫਰੀਦਾ ਜਾਂ ਲੱਭ ਤਾਂ ਨੇਹ ਕਿਆ, ਲੱਭ ਤਾਂ ਕੂੜਾ ਨੇਹੋ। ਆਪਾਂ ਜਿਹੜੇ ਹੈਗੇ ਹੁਣ ਦੇਖ ਲਓ, ਜਿਹੜਾ ਵੀ ਹੁਣ ਭਗਤੀ ਵੀ ਕਰਦੇ ਹਾਂ ਅਤੇ ਬਸ ਵੀ ਮੈਨੂੰ ਆਹ ਦੇ ਦੇ, ਮੈਨੂੰ ਬੱਚਾ ਦੇ ਦੇ, ਮੈਨੂੰ ਆਹ ਦੇ ਦੇ, ਮੈਨੂੰ ਘਰ ਦੇ ਦੇ, ਮੈਨੂੰ ਆਹ ਕਰਨਾ ਹੈ। ਆਪਾਂ ਉਹਦੇ ਵਿੱਚ ਵੀ ਲਾਲਚ ਰੱਖ ਲੈਂਦੇ ਹਾਂ। ਲੱਭ ਹੈਗਾ, ਲਾਲਚ ਹੈਗਾ ਆਪਣਾ। ਭਗਤੀ ਕਰਦੇ ਹਾਂ ਤਾਂ ਵੀ ਲਾਲਚ ਹੈਗੇ, ਲਾਲਚ ਰੱਖਦੇ ਹਾਂ, ਲਾਲਚ ਕਰਦੇ ਹਾਂ। ਫਰੀਦ ਜੀ ਕਹਿੰਦੇ ਜੇ ਲਾਲਚ ਤੇਰਾ ਵਿੱਚ ਆ ਗਿਆ ਤਾਂ ਤੇਰਾ ਕਾਹਦਾ ਪਿਆਰ ਹੈ ਪਰਮਾਤਮਾ ਦੇ ਨਾਲ? ਤੇ ਤਾਂ ਕੂੜਾ ਝੂਠ ਆ, ਤੇਰਾ ਝੂਠਾ ਪਿਆਰ ਹੈਗਾ ਭਾਈ। ਫਰੀਦਾ ਜਾਂ ਲੱਭ ਤਾਂ ਨਿਹ ਕਿਆ, ਜੇ ਲਾਲਚ ਹੈ ਤੇ ਤੇਰਾ ਕਾਹਦਾ ਪਿਆਰ ਆ? ਲੱਭ ਤਾਂ ਕੂੜਾ ਨਿਓ, ਤੇਰਾ ਤਾਂ ਕੂੜਿਆ, ਤੇਰਾ ਪਿਆਰ ਤਾਂ ਝੂਠਾ ਹੈਗਾ। ਕਿੱਚਰ ਚੱਤ ਲੰਗਾਈਏ, ਛੱਪਰ ਟੁੱਟਿਆ ਮੇਹ। ਤੇ ਤੇਰੀਆਂ ਡਿਮਾਂਡਾਂ ਤਾਂ ਆਈ ਜਾਣੀਆਂ। ਜਿੱਦਣ ਤੇਰੀ ਡਿਮਾਂਡ ਪੂਰੀ ਨਹੀਂ ਹੋਈ, ਉਦਣ ਹੀ ਤੇਰਾ ਪਿਆਰ ਮਾਲਕ ਦੇ ਨਾਲ ਟੁੱਟ ਜਾਣਾ ਹੈ ਭਾਈ। ਮੀਂਹ ਤਾਂ ਪਈ ਜਾਣਾ ਹੈ, ਕਦ ਤੱਕ ਜਿਹੜਾ ਹੈਗਾ ਟੀਨ ਦਾ ਟੱਪਰ ਜਿਹੜਾ ਹੈਗਾ ਕਦ ਤੱਕ ਸਹਾਰੂਗਾ? ਉਹਨੇ ਤਾਂ ਡਿੱਗਣਾ ਹੀ ਡਿੱਗਣਾ ਹੈਗਾ। ਤੇਰਾ ਪਿਆਰ ਜਿਹੜਾ ਹੈਗਾ, ਲੱਭ ਦੇ ਉੱਤੇ ਜਿਹੜਾ ਪਿਆਰ ਹੈਗਾ, ਇਹਨੇ ਟੁੱਟਣਾ ਹੀ ਟੁੱਟਣਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਆਪ ਸਮਝੋ, ਸਾਡੀਆਂ ਜ਼ਰੂਰਤਾਂ ਖਤਮ ਨਹੀਂ ਜੋ ਹੋਣੀਆਂ ਨਾ। ਐਂਡਲੈਸ ਜਰਨੀ 'ਚ ਬਿਨਾਂ ਮਤਲਬ ਦੇ ਮੰਗਿਆ ਨਾ ਕਰੋ। ਵੈਸੇ ਕੋਸ਼ਿਸ਼ ਤੇ ਇਹ ਕਰੋ, ਨਹੀਂ ਮੰਗੋ, ਕਿਤੇ ਲੋੜ ਪੈ ਗਈ ਤਾਂ ਮੰਗ ਲਈ। ਪਰ ਜੇਕਰ ਆਪਾਂ ਓਵਰ ਡਿਮਾਂਡ ਕਰਦੇ ਹਾਂ ਤੇ ਫਿਰ ਉਹ ਜਿਹੜੀ ਗੱਲ ਉਹ ਸਹੀ ਨਹੀਂ ਹੈ। ਤੁਸੀਂ ਵੇਖਿਆ ਗੁਰਦੁਆਰੇ ਮੱਥਾ ਟੇਕਦੇ ਲੋਕਾਂ ਨੂੰ, ਲੋਕੀ 3-3, 4-4, 5-5 ਮਿੰਟ ਸਿਰ ਝੁਕਾ ਕੇ ਬੈਠੇ ਹੁੰਦੇ ਆ। ਪਤਾ ਨਹੀਂ ਕਿੱਡੀ ਵੱਡੀ ਲਿਸਟ ਹੁੰਦੀ ਆ। ਮਾਲਕ ਤੋਂ ਤਾਂ ਗੁਰਕੀ ਸਾਹਿਬ ਸਿਰਫ ਜਿਹੜਾ ਹੈਗਾ ਭਗਤੀ ਮੰਗ ਲਓ। ਮਾਲਕ ਕਹਿੰਦਾ ਜਿਹਨੂੰ ਜਿਹੜਾ ਭਗਤੀ ਮੰਗਦਾ ਹੈ, ਮਾਲਕ ਸਾਰਾ ਕੁਝ ਦੇ ਦਿੰਦਾ ਹੈ ਬਸ। ਮੈਂ ਨਾ ਨਿੱਜਰ ਸਾਹਿਬ ਅੱਜ ਨਾ ਵੈਸੇ ਰੋਜ਼ ਹੀ ਹੁੰਦਾ ਹੀ ਆ, OPD ਹੁੰਦੀ ਆ, ਹੇਅਰ ਟ੍ਰਾਂਸਪਲਾਂਟ ਕਰਦੇ ਆ। ਉਹ ਨਾ ਸਿਰ 'ਚ ਜਿੱਦਾਂ ਹੇਅਰ ਲਾਉਂਦੇ ਆ ਨਾ ਤੇ ਉੱਥੋਂ ਖੂਨ ਨਿਕਲਦਾ। ਛੋਟੇ ਛੋਟੇ ਖੱਡੇ ਬਣਾਉਣੇ ਪੈਂਦੇ ਆ। ਮੈਂ ਕਹਿੰਦਾ ਕਿ ਕੁਦਰਤ ਨੇ ਇੰਨਾ ਵੱਡਾ ਅਰੇਂਜਮੈਂਟ ਕੀਤਾ ਹੈ, ਉੱਥੇ ਪਲੇਟਲੈਸ ਆ ਕੇ ਤੇ ਉਹ ਬਲੌਕ ਕਰਦੇ ਉਹਨੂੰ। ਜਦੋਂ ਪਲੇਟਲੈਸ ਘਟ ਜਾਂਦੇ ਨਾ, ਕਿਸੇ ਬੰਦੇ ਦੇ ਸੈੱਲ ਘਟ ਜਾਂਦੇ ਆ, ਤੇ ਫਿਰ ਸਮਝ ਲਓ ਕਿ ਉਹਦੇ ਸਿਪਾਹੀ ਮਰ ਗਏ, ਘਟ ਗਏ। ਤੇ ਹੁਣ ਬੋਡੀ ਦੇ ਅੰਦਰ ਕੋਈ ਬਿਮਾਰੀ ਜਾਊਗੀ, ਲੜਨ ਵਾਸਤੇ ਫੌਜ ਨਹੀਂ ਹੈਗੀ। ਬਿਲਕੁਲ। ਉਸ ਬੰਦੇ ਨੂੰ ਕੀ ਹੋਣਾ ਵਾ, ਕੋਈ ਵੀ ਪ੍ਰੋਬਲਮ ਆਵੇਗੀ, ਉਹ ਲੜਨ ਤੇ ਸਿਪਾਹੀ ਨਹੀਂ ਹੈਗੇ। ਜਿੱਦਾਂ ਦੇਸ਼ ਦੇ ਸਿਪਾਹੀ ਨਹੀਂ ਹੁੰਦੇ, ਉਸੇ ਤਰ੍ਹਾਂ ਸਰੀਰ 'ਚ ਆਰਮੀ ਆ। ਮਾੜੀ ਮੋਟੀ ਬਿਮਾਰੀ ਢਾਹ ਲੈਂਦੀ ਆ ਉਹਨੂੰ, ਮਾੜੀ ਮੋਟੀ ਜ਼ੁਕਾਮ ਵੀ ਢਾਹ ਲੂਗਾ।
ਹਾਂ ਉਹਨੂੰ ਲੈ ਜਾਣੀ ਉਹ ਬੰਦੇ ਨੂੰ। ਇਸ ਲਈ ਕਹਿੰਦੇ ਕਿ ਸੈੱਲ ਬੜੇ ਘਟਨੇ ਮਾੜੇ ਆ। ਕਿਉਂ? ਔਰ ਫਿਰ ਵੱਧਦੇ ਵੀ ਇਹ ਨਹੀਂ, ਮਿੰਟੋ ਮਿੰਟ ਹੀ ਮਤਲਬ ਸਮਝ ਲਓ ਕਿ ਅੱਜ ਰੀਡਿੰਗ ਕਰਾਈ ਆ, ਫਿਰ ਦੂਜੇ ਦਿਨ ਕਰਾਓਗੇ ਤੇ ਫਿਰ ਵਾਪਸ ਆ ਜਾਂਦੇ ਆ। ਇਹ ਕੁਦਰਤ ਨੇ ਏਡਾ ਵੱਡਾ ਮੈਕੈਨਿਜ਼ਮ ਬਣਾਇਆ ਆਪਣੇ ਅੰਦਰ। ਤੇ ਫਿਰ ਉੱਥੇ ਵੇਖੋ, ਉੱਥੇ ਜਦੋਂ ਖੂਨ ਨਿਕਲਦਾ, ਨਿੱਕਾ ਜਿਹਾ ਛੇਕ ਵੀ ਸਾਡੀ ਬੋਡੀ ਚ ਹੋਇਆ ਨਾ ਤਾਂ ਸਾਰਾ ਖੂਨ ਰੁੜ ਜਾਣਾ ਵਾ। ਪਰ ਰੱਬ ਨੇ ਏਦਾਂ ਦਾ ਮੈਕੈਨਿਜ਼ਮ ਨਹੀਂ ਕੀਤਾ। ਭਾਵੇਂ ਕਿੱਡਾ ਮਰਜ਼ੀ ਕੱਟ ਲੱਗਿਆ ਹੋਵੇ ਨਾ, ਉਹ ਜਿਹੜੇ ਵਾਈਟ ਸੈੱਲ ਉੱਥੇ ਪਹੁੰਚ ਕੇ ਤੇ ਖੂਨ ਰੋਕ ਦਿੰਦੇ ਆ। ਆਪ ਜਸਟ ਦੇਖੋ, ਇਹ ਮਤਲਬ ਕੀ ਪ੍ਰਕਿਰਤੀ ਦਾ ਵਿਧਾਨ ਵੇਖੋ ਕਿ ਰੱਬ ਨੇ ਇਹ ਚੀਜ਼ ਨੂੰ ਪਹਿਲਾਂ ਡਿਸਾਈਡ ਕੀਤਾ ਹੈ। ਇਹ ਜਿਹੜਾ ਬੰਦਾ ਹੈ, ਇਹਨੂੰ ਸੱਟ ਲੱਗਣੀ ਹੈ, ਇਹਦੀ ਹੱਡੀ ਟੁੱਟਣੀ ਹੈ, ਹੱਡੀ ਫਿਰ ਆਪੇ ਜੁੜਦੀ ਹੈ, ਕੇਵਲ ਤੁਸੀਂ ਸਿੱਧੀ ਕਰਨੀ ਹੁੰਦੀ ਹੈ ਬਸ। ਦੇਖੋ ਇਹਦਾ ਮਤਲਬ ਤੁਹਾਡੀ ਸਕਿਨ ਪਾੜ ਗਈ ਆ, ਤੁਸੀਂ ਇਹਨੂੰ ਸਹੀ ਤਰ੍ਹਾਂ ਉਹਨੂੰ ਰੱਖੋ, ਬਿਮਾਰੀ ਗੰਦਗੀ ਤੋਂ ਬਚਾ ਕੇ ਰੱਖੋ, ਆਪੇ ਜੁੜ ਜਾਣੀ ਆ। ਬਿਲਕੁਲ ਜੁੜ ਜਾਣੀ। ਇਹ ਡਿਜ਼ਾਈਨਿੰਗ ਤੇ ਸਾਡੀ ਰੋਟੀ ਦਾ ਫਿਕਰ ਨਹੀਂ ਉਹਨੂੰ। ਆਪ ਜਸਟ ਦੇਖੋ, ਇਕੱਲੇ ਮਨੁੱਖ ਨੂੰ ਇੰਨੀ ਟੈਨਸ਼ਨ ਆ, ਹੋਰ ਕਿਸੇ ਨੂੰ ਟੈਨਸ਼ਨ ਹੈਗੀ ਆ? ਉਹ ਕਦੇ ਸੁਣਿਆ ਕਿ ਇੱਥੇ ਫਲਾਨੀ ਕੀੜੀਆਂ ਭੁੱਖੀਆਂ ਮਰ ਗਈਆਂ, ਰੋਟੀ ਨਹੀਂ ਮਿਲੀ, ਜਾਂ ਫਲਾਨੀ ਜਗ੍ਹਾ ਤੇ ਕਬੂਤਰ ਭੁੱਖੇ ਮਰ ਗਏ ਆ, ਜਾਂ ਉੱਥੇ ਨਾਰਥ ਪੋਲ ਤੇ ਜਿਹੜੀਆਂ ਵੇਲ ਮੱਛੀਆਂ ਜਾਂ ਸੀਲ ਹੈਗੀਆਂ ਨੇ, ਉੱਥੋਂ ਦੇ ਜਿਹੜੇ ਜਾਨਵਰ ਨੇ ਠੰਡ ਚ ਮਰ ਗਏ ਨੇ, ਉਹਨਾਂ ਕੋਲ ਰਾਸ਼ਨ ਨਹੀਂ ਹੈਗਾ। ਉਹਨਾਂ ਕੋਲ ਵੀ ਹੈਗਾ, ਔਰ ਬਹੁਤ ਲੈਵਲ ਤੇ ਹੈਗਾ। ਇੱਥੋਂ ਤੱਕ ਕਿ 1000 ਮੀਟਰ ਜੇ ਪਾਣੀ ਦੇ ਵਿੱਚ ਕੋਈ ਮੱਛੀ ਰਹਿੰਦੀ ਜਾਂ ਕੀੜਾ ਰਹਿੰਦਾ, ਉਹਦਾ ਰਿਜ਼ਕ ਉੱਥੇ ਪਹੁੰਚਣ ਦਿਆ ਵਾ। ਇਸੇ ਤਰ੍ਹਾਂ ਸਾਡਾ ਰਿਜ਼ਕ ਵੀ ਸਾਨੂੰ ਮਿਲੂਗਾ। ਇਹੋ ਹੀ ਸੱਚ ਆ। ਪਰ ਬੰਦੇ ਨੂੰ ਵਿਸ਼ਵਾਸ ਨਹੀਂ। ਆਪ ਇੱਕ ਚੀਜ਼ ਨੂੰ ਸਮਝੋ ਪਲੀਜ਼, ਪਰਮਾਤਮਾ ਦੇ ਨਾਲ ਜੇਕਰ ਸਾਡੀ ਦੋਸਤੀ ਕੇਵਲ ਡਿਮਾਂਡ ਦੇ ਲਈ ਹੈ ਤੇ ਅਸੀਂ ਫਿਰ ਤਾਮਸਿਕ ਲੋਕ ਹਾਂ। ਤਾਮਸਿਕ, ਕੇਵਲ ਸਾਡੀ ਡਿਮਾਂਡ ਪੂਰੀ ਹੋ ਗਈ, ਰੱਬ ਭੁੱਲ ਗਿਆ। ਮਾੜਾ ਦੁੱਖ ਆਇਆ, ਚਲੋ ਰੱਬ ਦੇ ਕੋਲ। ਬਾਣੀ ਚ ਪਹਿਲਾਂ ਵੀ ਆਇਆ ਸੀ ਇੱਕ ਵਾਰੀ, ਤੇ ਤੈਨੂੰ ਰੱਬ ਦੁੱਖ ਵੇਲੇ ਕਿਉਂ ਚੇਤੇ ਆਉਂਦਾ, ਓਦਾਂ ਕਿਉਂ ਨਹੀਂ ਆਉਂਦਾ? ਇਸ ਲਈ ਫਿਰ ਲਿਖਦੇ ਨੇ, ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਭੁੱਲ ਜਾਂਦਾ, ਰੋਗੀ ਹੋ ਜਾਂਦਾ। ਦੁੱਖ ਦੇ ਵਿੱਚ ਤੈਨੂੰ ਰੱਬ ਚੇਤੇ ਆਉਂਦਾ, ਐਟਲੀਸਟ ਤੂੰ ਯਾਦ ਤੇ ਕਰਦਾ। ਪਰ ਉਹ ਉਦੋਂ ਯਾਦ ਕਰਨ ਦਾ ਫਾਇਦਾ ਕੀ ਹੋਇਆ? ਹੁਣ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ, ਜਦੋਂ ਸੁਖੀ ਹੋਵੇ ਤੇ ਤੁਹਾਡੇ ਲਈ ਵੇਖੇ ਵੀ ਨਾ, ਤੇ ਜਦੋਂ ਦੁਖੀ ਹੋਵੇ ਤੁਹਾਡੇ ਘਰ ਆਵੇ, ਕੀ ਤੁਸੀਂ ਉਹਨੂੰ ਪਸੰਦ ਕਰੋਗੇ? ਨਹੀਂ, ਤੁਸੀਂ ਨਹੀਂ ਪਸੰਦ ਕਰੋਗੇ। ਕਿਉਂ? ਕਿਉਂਕਿ ਇਹ ਬੰਦਾ ਤੇ ਕੇਵਲ ਲੋੜਾਂ ਦੇ ਕਰਕੇ ਆਉਂਦਾ। ਇਸੇ ਹੀ ਤਰ੍ਹਾਂ ਪਰਮਾਤਮਾ ਦਾ ਜਿਹੜਾ ਸੰਬੰਧ ਹੈ ਨਾ, ਉਹ ਸਾਡਾ ਬੜਾ ਕਲੀਅਰ ਹੋਣਾ ਚਾਹੀਦਾ। ਵਿੱਚ ਕਿਸੇ ਚੀਜ਼ ਨੂੰ ਪਾਓ ਨਾ। ਜੇ ਤੁਸੀਂ ਡਿਮਾਂਡ ਨੂੰ ਵਿੱਚ ਪਾਤਾ ਨਾ, ਤੇ ਤੁਹਾਡੇ ਤੇ ਪਰਮਾਤਮਾ ਦੇ ਵਿਚਕਾਰ ਕੁਝ ਆ ਜਾਣਾ ਜੀ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ। ਕਾਮ ਪਰੈ ਹਰਿ ਸਿਮਰਿਐ, ਐਸਾ ਸਿਮਰੋ ਨਿਤ। ਇਹ ਦੱਸ ਦਿਓ। ਬਿਲਕੁਲ ਸਹੀ ਗੱਲ ਹੈ। ਮਤਲਬ ਹਾਂ ਬਈ, ਮਹਾਰਾਜ ਕਹਿੰਦੇ ਕਿ ਤੂੰ, ਕਿਉਂਕਿ ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਜਿਹੜਾ ਬਣਾਇਆ ਹੀ ਇਸ ਵਾਸਤੇ ਹੈਗਾ ਕਿ ਇਨਸਾਨ, ਨਹੀਂ ਤਾਂ ਜੇ ਮਾਲਕ ਚਾਹੁੰਦਾ ਤੇ ਦੁੱਖ ਰੱਖਦਾ ਹੀ ਨਾ। ਵੈਸੇ ਜਿਹੜਾ ਹੈਗਾ ਬਿਲਕੁਲ ਬਾਡੀ ਵੀ ਕੋਈ ਬਿਮਾਰੀਆਂ ਨਹੀਂ ਹੁੰਦੀਆਂ, ਕੁਛ ਨਹੀਂ ਹੁੰਦੀਆਂ। ਜੇ ਹੈਗਾ ਉਹ ਜਿਹਾ ਰੱਖ ਦਿੰਦਾ, ਫਿਰ ਕਿਹਨੇ ਰੱਬ ਵੱਲ ਧਿਆਨ ਹੀ ਨਹੀਂ ਕਰਨਾ ਸੀ ਕਿਸੇ ਨੇ। ਦੁੱਖ ਦੇ ਵਿੱਚ ਹੀ ਜਿਹੜਾ ਹੈਗਾ, ਦੁੱਖ ਦੇ ਨਾਲ ਹੀ ਧਿਆਨ ਕਰਦਾ ਹੈ। ਮਹਾਰਾਜ ਕਹਿੰਦੇ ਆ ਕਿ ਇੱਕ ਜਗ੍ਹਾ ਹੁੰਦਾ, ਆਪਣੇ ਲੋਭ ਕੋ ਕੀਨੋ ਮੀਤ, ਤੇ ਉਹਦੇ ਸਾਰੇ ਪਦਾਰਥ ਦੇ ਦਿੰਦਾ ਹੈ ਮਾਲਕ ਪਰਮਾਤਮਾ। ਕਹਿੰਦੇ ਤੂੰ ਮਿੱਤਰ ਬਣਾ ਤਾਂ ਸਹੀ, ਤੇਰੀ ਜਿਹੜਾ ਹੈਗਾ ਤੇਰੀ ਜਿਹੜੀ ਹੈਗੀ ਆ, ਤੂੰ ਮੇਰੇ ਵੱਲ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਤਾਂ ਸਹੀ ਮੇਰੇ ਵੱਲ। ਤੇ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਤਾਂ ਜਿਹੜਾ ਹੈਗਾ, ਉਹ ਤਾਂ ਦਿਆਲੂ ਹੈਗਾ। ਉਹ ਤਾਂ ਕੋਈ ਚੀਜ਼ ਦੇਖਦਾ ਨਹੀਂ ਆ, ਆਪਣਾ ਹੈਗਾ। ਆਪਣੇ ਅੰਦਰ ਹੀ ਜਿਹੜਾ ਹੈਗਾ, ਜਦ ਵੀ ਕਿਸੇ ਵੀ ਟਾਈਮ ਜਿਹੜਾ ਹੈਗਾ ਜੀਵਨ ਦੇ ਕਿਸੇ ਵੀ ਮੋੜ 'ਤੇ ਆਪਾਂ ਜਿਹੜੇ ਮਾਲਕ ਵੱਲ ਜਾ ਸਕਦੇ ਹਾਂ। ਈਵਨ ਜਿਹੜਾ ਹੈਗਾ, ਜੇ ਆਪਾਂ ਨੇ ਅੱਜ ਜਿਹੜਾ ਹੈਗਾ ਲਾਸਟ ਡੇ ਹੈ ਆਪਣਾ, ਤੇ ਅੱਜ ਵੀ ਜਾਵਾਂਗੇ ਤਾਂ ਵੀ ਜਿਹੜਾ ਹੈਗਾ ਉਹ ਮਾਲਕ ਕੰਸੀਡਰ ਕਰ ਲੈਂਦਾ। ਭਾਈ ਉਹ ਜੂਨਾਂ 'ਚ ਨਹੀਂ ਭੇਜਦਾ। ਕਹਿੰਦੇ ਗੱਡੀ ਮੋੜੀ ਤਾਂ ਹੈ ਇਹਨੇ। ਹਾਂਜੀ ਗੋਰਗੀ ਸਾਹਿਬ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਬਹੁਤ ਵਧੀਆ। ਆਪ ਅੱਗੇ ਚੱਲੋ ਪਲੀਜ਼। ਹਾਂਜੀ ਹਾਂਜੀ। ਫਰੀਦਾ ਜੰਗਲ ਕਿਆ ਭਵੈਂ, ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਆਪਾਂ ਜਿਹੜੇ ਹੈਗੇ ਬਸ ਬਾਹਰ ਲੱਭਦੇ ਹਾਂ। ਕਦੀ ਤੀਰਥਾਂ 'ਤੇ ਚਲੇ ਗਏ, ਕਦੀ ਜਿਹੜਾ ਪਹਾੜ 'ਤੇ ਚੜ੍ਹ ਗਏ, ਕਦੀ ਕਿਤੇ ਪਾਣੀ ਦੇ ਵਿੱਚ, ਕਦੀ ਕਿਤੇ। ਕਹਿੰਦੇ ਕਿੱਥੇ ਤੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਬਾਹਰ ਜੰਗਲ ਇੱਧਰ ਉੱਧਰ ਘੁੰਮਦਾ ਫਿਰਦਾ ਆ। ਵੱਸੀ ਰੱਬ ਹਿਆਲੀਏ, ਇੱਧਰ
ਵਣ ਕੰਡੇ ਮੋੜਦਾ ਫਿਰਦਾ ਹੈ ਇੱਧਰ ਉੱਧਰ, ਜਿਹੜਾ ਤਕਲੀਫ ਉਠਾ ਰਿਹਾ ਆ। ਤੇ ਰੱਬ ਤਾਂ ਜਿਹੜਾ ਹੈਗਾ ਤੇਰੇ ਅੰਦਰ ਬੈਠਾ ਹੈ, ਤੇਰੇ ਹਿਰਦੇ ਦੇ ਵਿੱਚ ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ, ਇੱਧਰ ਉੱਧਰ ਕੀ ਲੱਭਦਾ ਫਿਰਦਾ ਹੈ ਪਿਆਰਿਆ। ਤੇਰਾ ਸਮਾਂ ਜਾ ਰਿਹਾ ਹੈ, ਤੇਰੀ ਉਮਰ ਖਤਮ ਹੋ ਰਹੀ ਹੈ। ਹਾਂਜੀ ਵੀਰ ਜੀ। ਹਾਂਜੀ, ਇਹ ਤੁਕ ਮੈਂ ਬੜੇ ਸਾਲ ਪਹਿਲਾਂ ਪੜ੍ਹੀ ਤੇ ਭਾਵੇਂ ਤੁਕ 'ਚ ਲਿਖਿਆ ਵਾ ਕਿ ਪਰਮਾਤਮਾ ਤੇਰੇ ਅੰਦਰ ਹੈ, ਪਰ ਕੋਈ ਮੰਨਦਾ ਹੈ? ਆਪ ਜਸਟ ਦੇਖੋ, ਲੋਕੀ ਮੱਥਾ ਹੀ ਟੇਕਦੇ ਨੇ। ਕਿਸੇ ਨੂੰ ਕਹੋ ਕਿ ਬਾਣੀ ਦੀ ਤੁਕ 'ਚ ਲਿਖਿਆ ਕਿ ਪਰਮਾਤਮਾ ਤੇਰੇ ਅੰਦਰ ਹੈ। ਮਨ ਮੰਦਰ ਤੇਰਾ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਵਾਂ। ਕਹਿੰਦੇ ਨਹੀਂ, ਇਹ ਲੈਣ ਸਾਡੇ ਵਾਸਤੇ ਨਹੀਂ ਗਈ। ਕਿਸੇ ਨੂੰ ਵੀ ਕਹਿ ਕੇ ਵੇਖ ਲਓ, ਕਿਸੇ ਨੂੰ ਵੀ, ਵੱਡੇ ਵੱਡੇ ਸੰਤ ਨੂੰ ਕਹਿ ਲਓ, ਉਹ ਵੀ ਕਹਿੰਦਾ ਪਤਾ ਨਹੀਂ ਕਿੱਥੇ ਆ। ਕੋਈ ਉੱਪਰ ਹੱਥ ਕਰਦਾ, ਕੋਈ ਇੱਧਰ ਹੱਥ ਕਰਦਾ, ਕੋਈ ਅੱਗੇ ਤੇ ਕੋਈ ਪਿੱਛੇ। ਫਿਰ ਉਹ ਕਹਿੰਦਾ ਸਤਿਗੁਰੂ ਆਊਗਾ, ਉਹ ਸਾਨੂੰ ਮਿਲਾਊਗਾ, ਪਤਾ ਨਹੀਂ ਕਿੱਥੇ। ਫਿਰ ਉਹਦਾ ਸਤਿਗੁਰੂ ਹੀ ਆ, ਉਹਨੇ ਵਿਚਾਰੇ ਨੇ ਪਤਾ ਨਹੀਂ ਕਿੱਥੇ ਲੈ ਜਾਣਾ। ਉਹਦੀ ਕਲਪਨਾ ਦਾ ਕੋਈ ਲਿਮਟ ਹੈਗੀ ਆ। ਉਹ ਕਿਤੇ ਸਵਰਗ ਬਣਾ ਦੂਗਾ, ਫਿਰ ਉੱਥੇ ਤੁਹਾਨੂੰ ਲੈ ਜਾਊਗਾ। ਉੱਥੇ ਫਿਰ ਬਣਾਊਗਾ ਕਿ ਇੰਨਾ ਹਨੇਰਾ ਵਾ, ਉੱਥੇ ਨਦੀਆਂ ਹੈਗੀਆਂ ਵਾ, ਨਦੀਆਂ ਦੇ ਵਿੱਚੋਂ ਦੀ ਪਤਾ ਨਹੀਂ ਕਿੱਦਾਂ ਲਗਾਉਣਾ ਉਹਨੇ ਅਗਲੇ ਨੇ। ਸੋ ਕਹਿਣ ਤੋਂ ਭਾਵ ਆ ਕਿ ਬਾਣੀ ਤੇ ਕਹਿੰਦੀ ਹੈ ਕਿ ਕਿਉਂਕਿ ਪਰਮਾਤਮਾ ਤੋਂ ਬਿਨਾਂ ਕੋਈ ਵੀ ਚੀਜ਼ ਜਿੰਦਾ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਇਹ ਇਹਨਾਂ ਦਾ ਕਿ ਤੂੰ ਕਿਤੇ ਬਾਹਰ ਨਾ ਲੱਭਣ ਚੱਲ ਜੀ, ਬਾਹਰ ਤੇ ਹੈ ਵੀ ਨਹੀਂ, ਤੇਰੇ ਅੰਦਰ ਆ ਉਹ ਆਖਰੀ ਬਿੰਦੂ। ਬਾਣੀ ਕਹਿੰਦੀ ਹੈ ਵਿਚਾਰ ਮਾਰੇ ਤਰੇ ਤਾਰੇ, ਉਲਟ ਜੋੜ ਨਾਲ। ਇੰਨੀ ਗੱਲ ਕਹੀ ਹੈ। ਇੱਥੇ ਦੱਸੋ ਕਿੱਥੇ ਕਿਹਾ ਉਹਨਾਂ ਨੇ ਕਿ ਉਹ ਫਲਾਨਾ ਬਾਬਾ ਆਊਗਾ ਤੈਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਊਗਾ? ਨਿੱਜਰ ਸਾਹਿਬ, ਆਪ ਥੋੜਾ ਜਿਹਾ ਬੋਲੋਗੇ ਚੀਜ਼ ਤੇ ਵੀ? ਬਿਲਕੁਲ ਠੀਕ ਹੈ ਜੀ, ਬਿਲਕੁਲ। ਮਾਲਕ ਪਰਮਾਤਮਾ ਜਿਹੜਾ ਹੈਗਾ ਅੰਦਰ, ਉਹਨੇ ਮੀਟਿੰਗ ਪੁਆਇੰਟ ਅੰਦਰ ਹੀ ਆਪਣੇ ਰੱਖਿਆ ਹੋਇਆ ਆਪਾਂ। ਔਰ ਮਾਲਕ ਔਰ ਆਪਣੇ ਆਪਾਂ ਤਾਂ ਹੈ ਹੀ ਮਾਲਕ ਦੇ ਅੰਦਰ। ਸਾਰੀ ਜਗ੍ਹਾ, ਹਰੇਕ ਜਗ੍ਹਾ ਜੋ ਵੀ ਆਕਾਰ ਹੈਗਾ ਜਾਂ ਜੋ ਵੀ ਕੁਝ ਪ੍ਰਕਿਰਤੀ ਹੈਗੀ, ਸਾਰੀ ਪ੍ਰਕਿਰਤੀ ਦੇ ਅੰਦਰ ਮਾਲਕ ਪਰਮਾਤਮਾ ਹਰ ਜਗ੍ਹਾ 'ਤੇ ਹੈਗਾ। ਪਰ ਉਹਨੇ ਮਿਲਣਾ ਹੈ ਆਪਾਂ ਨੂੰ ਅਤੇ ਉਹਨੇ ਆਪਣੇ ਅੰਦਰ ਬਣਨਾ। ਗੇਮ ਹੀ ਉਹਨੇ ਇਹ ਪਾਈ ਹੋਈ ਆ, ਕਹਿੰਦੇ ਬਸ ਮੈਂ ਬਾਹਰ ਆਕਾਰ ਸਵਾਦ ਚੋਗਾ। ਅੱਜ ਜਿਹੜਾ ਹੈਗਾ, ਅੱਜ ਸਵੇਰੇ ਆਇਆ ਸੀਗਾ, ਕਹਿੰਦੇ ਕਿ ਬਈ ਤੂੰ ਪਰਪੁਰਖ ਨਾਲ ਪਿਆਰ ਕਰ ਰਿਹਾ ਹੈ ਭਾਈ। ਪਰਪੁਰਖ ਦੇ ਨਾਲ, ਆਪਾਂ ਪਰਪੁਰਖ ਦੇ ਨਾਲ ਪਿਆਰ ਕਰਦੇ ਹਾਂ। ਇਹ ਪ੍ਰਕਿਰਤੀ ਨੂੰ ਮਹਾਰਾਜ ਕਹਿੰਦੇ ਆ ਪਰਾਇਆ ਮਰਦ ਹੈਗਾ। ਜੀਵ ਇਸਤਰੀ ਹੈਗੀ, ਪਰਾਏ ਮਰਦ ਦੇ ਨਾਲ ਪਿਆਰ ਕਰ ਰਹੀ ਹੈ। ਕਹਿੰਦੇ ਤੇਰੀ ਮਰਜ਼ੀ ਆ, ਮੈਂ ਤਾਂ ਗੇਮ ਪਾਈ, ਤੂੰ ਜਦ ਮੇਰੇ ਵੱਲ। ਔਰ ਅਸਲੀ ਮਰਦ ਪਰਮਾਤਮਾ ਆਪਣਾ ਪਤੀ, ਆਪਣਾ ਉਹ ਹੈਗਾ। ਕਹਿੰਦੇ ਜਦ ਮਰਜ਼ੀ ਤੂੰ ਆਏਂਗੀ ਅਤੇ ਮੇਰੇ ਕੋਲ ਐਸੇ ਤਰੀਕੇ ਨਾਲ ਆ ਸਕਦੀ ਹਾਂ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਇੱਕ ਮੈਂ ਆਪ ਜੀ ਨਾਲ ਗੱਲ ਕਰਨਾ ਚਾਹੁੰਦਾ। ਵੈਸੇ ਇਹ ਵਿਸ਼ੇ ਦੇ ਨਾਲ ਨਹੀਂ ਜੁੜਦੀ, ਥੋੜੀ ਅੱਗੇ ਪਿੱਛੇ ਹੋਊਗੀ। ਉਹ ਬਾਣੀ ਨੇ ਇਸੇ ਚੀਜ਼ ਨੂੰ ਹੀ ਕਹਿਣਾ ਹੁੰਦਾ। ਆਪਾਂ ਜਿੱਦਾਂ ਦੀ ਸੋਚ ਰੱਖਦੇ ਆ ਨਾ, ਆਪਾਂ ਜਿੱਦਾਂ ਦੀ ਸੋਚ ਰੱਖਦੇ, ਤੁਸੀਂ ਜਿੱਦਾਂ ਦੀ ਸੋਚ ਰੱਖੋਗੇ ਨਾ, ਤੁਹਾਨੂੰ ਸੰਸਾਰ ਵੀ ਉਸੇ ਹੀ ਸੋਚ ਦੇ ਨਾਲ ਦੇਖੇਗਾ। ਬਿਲਕੁਲ ਠੀਕ ਹੈ, ਦਿਖੂਗਾ ਵੀ ਤੇ ਨਜ਼ਰ ਆਊਗਾ। ਬਿਲਕੁਲ, ਲੋਕੀ ਵੀ ਉਹੋ ਜਿਹੇ ਨਜ਼ਰ ਆਉਣਗੇ। ਆਪਾਂ ਚੋਰ ਹੈਗੇ ਤੇ ਸਾਰੇ ਚੋਰ ਨਜ਼ਰ ਆਉਣਗੇ ਆਪਾਂ ਨੂੰ। ਦੇਖ ਲਿਓ ਲੋਕਾਂ ਨੂੰ, ਤੁਸੀਂ ਲੋਕਾਂ ਨੂੰ ਭੁੱਲ ਜਾਓ ਤੇ ਲੋਕਾਂ ਨੇ ਤੁਹਾਨੂੰ ਭੁੱਲ ਜਾਣਾ। ਆਪ ਜਸਟ ਨੋਟਿਸ ਕਰਿਓ ਗੱਲ ਨੂੰ। ਦੇਖੋ ਪ੍ਰਕਿਰਤੀ ਕੀ ਹੈ? ਪ੍ਰਕਿਰਤੀ ਸਾਡੀ ਇੱਛਾ ਦੀ ਪੂਰਤੀ ਕਰਦੀ ਹੈ। ਇਹ ਧਰਤੀ, ਇਹ ਸੂਰਜ, ਇਹ ਪਾਣੀ ਸਾਨੂੰ ਪੁੱਛਦਾ ਕਿ ਤੂੰ ਕੰਡੇ ਬੀਜੇ ਆ ਜਾਂ ਕੋਈ ਫਲ ਦਾ ਰੁੱਖ ਬੀਜਿਆ। ਅੱਜ ਅਸੀਂ ਸਵੇਰੇ ਪਲਾਟ 'ਚ ਗਏ ਹਾਂ, ਵਾਵਾ ਮੰਮੀ ਨੀ ਨਾ ਘਰੇ ਹੈਗੀ ਤੇ ਉੱਥੇ ਅਮਰੂਦ ਤੋੜ ਕੇ ਲਿਆ ਮੈਂ, ਕਿਲੋ 1.5 ਕਿਲੋ, ਬੜੇ ਵਧੀਆ ਅਮਰੂਦ। ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਇੰਨੀ ਵਧੀਆ ਨਸਲ ਦੇ ਅਮਰੂਦ ਸਾਡੇ ਘਰ ਲੱਗੇ ਆ। ਕੱਚੇ ਕੁੱਚੇ ਵੇਖੇ ਸੀ ਮੈਂ, ਪਰ ਸਿਆਲ ਦੇ ਵਿੱਚ ਬਹੁਤ ਵਧੀਆ ਚਿੱਟੇ ਰੰਗ ਦੇ ਅਮਰੂਦ। ਹੁਣ ਅਮਰੂਦ ਲਾਏ ਸੀ ਤੇ ਅਸੀਂ ਅਮਰੂਦ ਖਾ ਰਹੇ ਹਾਂ। ਜੇ ਅਸੀਂ ਕੰਡੇ ਲਾਏ ਹੋਣਗੇ ਤੇ ਉਹ ਕੰਡੇ ਥੋੜੀ ਕੋਈ ਸੂਰਜ ਕਹਿੰਦਾ ਤੂੰ ਕੰਡੇ ਲਾਏ, ਮੈਨੂੰ ਧੁੱਪ ਨਹੀਂ ਦੇਣੀ, ਜਾਂ ਪਾਣੀ ਕਹਿੰਦਾ ਬਈ ਮੈਂ ਇਹਨੂੰ ਕੋਈ ਮਿਨਰਲ ਨਹੀਂ ਦੇਣੇ, ਧਰਤੀ ਕਹਿੰਦੀ ਮੈਂ ਵੀ ਕੁਛ ਨਹੀਂ ਦੇਣਾ, ਹਵਾ ਕਹਿੰਦੀ ਮੈਂ ਵੀ ਨਹੀਂ ਕੁਛ ਦੇਣਾ ਇਹਨੂੰ। ਉਹ ਕਹਿੰਦੇ ਨੇ, ਉਹ ਤਾਤੇ ਕਹਿੰਦੇ ਨੇ, ਆਕਾਸ਼ ਤੱਤ, ਸਾਰੇ ਤੱਤ ਕਹਿੰਦੇ ਕਿ ਜੋ ਤੂੰ ਬੀਜਤਾ ਉਹ ਉੱਗੇਗਾ। ਬਿਲਕੁਲ ਉੱਗੇਗਾ। ਅਸੀਂ ਨਹੀਂ ਵਹਿੰਦੇ ਉਹ ਕੀ ਤੂੰ ਬੀਜਿਆ, ਪਰ ਬੀਜਣਾ ਕੀ ਉਹ ਫੈਸਲਾ ਤੇਰਾ। ਪ੍ਰਕਿਰਤੀ ਦੇਖੋ, ਤੁਸੀਂ ਕਾਮ ਦੀ ਗੱਲ ਕਰਦੇ ਜੋ, ਤੁਸੀਂ ਇਹ ਮਨ 'ਚ ਵਿਚਾਰ ਰੱਖ ਕੇ ਤੁਰੋ, ਤੁਹਾਨੂੰ ਵੇਖੋ ਦੁਨੀਆ ਤੇ ਕਾਮ ਹੀ ਕਾਮ ਨਜ਼ਰ ਆਏਗਾ। ਤੁਸੀਂ ਕ੍ਰੋਧ ਦੀ ਗੱਲ ਕਰਦੇ ਜੋ, ਤੁਹਾਨੂੰ ਦੁਨੀਆ ਤੇ ਕ੍ਰੋਧ ਨਜ਼ਰ ਆਏਗਾ। ਲੋਭ ਦੀ ਗੱਲ ਕਰੋਗੇ, ਤੁਹਾਨੂੰ ਸੰਸਾਰ ਲੋਭ ਦੇ ਰੂਪ 'ਚ ਨਜ਼ਰ ਆਏਗਾ। ਮੋਹ ਦੀ ਨਜ਼ਰ 'ਚ ਤੁਸੀਂ ਦੇਖੋਗੇ, ਸੰਸਾਰ ਤੁਹਾਨੂੰ ਮੋਹ ਦੀ ਨਜ਼ਰ 'ਚ ਆਏਗਾ।
ਹੰਕਾਰ ਦੀ ਨਜ਼ਰ 'ਚ ਦੇਖੋਗੇ ਤੇ ਸੰਸਾਰ ਤੁਹਾਨੂੰ ਹੰਕਾਰ ਦੀ ਨਜ਼ਰ 'ਚ ਆਏਗਾ। ਕਿਉਂ? ਇਹ ਪੰਜੇ ਤੱਤ ਵਿਚਾਰੇ ਬੈਠੇ ਨੇ ਸਾਡੇ ਲਈ ਸੇਵਾ ਕਰਨ ਦੇ ਲਈ। ਤੁਸੀਂ ਬੋਲਿਆ ਨਹੀਂ, ਉਹਨਾਂ ਦਿੱਤਾ ਨਹੀਂ। ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ। ਦੇਖੋ, ਤੁਸੀਂ ਦਿਲੋਂ ਜਿਹੜੀ ਵੀ ਚੀਜ਼ ਦੀ ਇੱਛਾ ਕਰਦੇ ਜੋ, ਚਾਹੇ ਪਰਮਾਤਮਾ ਚਾਹੇ ਪਦਾਰਥ, ਉਹ ਤੁਹਾਨੂੰ ਮਿਲ ਜਾਣਾ ਵਾ, ਪੱਕਾ ਮਿਲੂਗਾ। ਕਿਉਂਕਿ ਪ੍ਰਕਿਰਤੀ ਚੱਲ ਨਹੀਂ ਇਸੇ ਤਰੀਕੇ ਨਾਲ ਹੀ ਆ। ਉਹ ਕਹਿੰਦੀ ਤੂੰ ਮੰਗ ਮੈਂ ਦੇ ਦੇਣੀ ਆ। ਆਪਨੇ ਦੇਖਿਆ ਨਹੀਂ, ਛੋਟਾ ਜਿਹਾ ਪੌਦਾ ਲਾਉਂਦੇ ਆਪਾਂ, ਉਹ ਵੱਡਾ ਕਿੱਦਾਂ ਹੋ ਜਾਂਦਾ? ਕਿਉਂਕਿ ਪ੍ਰਕਿਰਤੀ ਦੇ ਵਿੱਚ ਆ ਗਿਆ ਨਾ। ਤੁਸੀਂ ਲਾਤਾ ਉਹਨੂੰ ਨਰਸਰੀ ਚੋਂ ਖਰੀਦ ਕੇ, ਹੁਣ ਪ੍ਰਕਿਰਤੀ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਪ੍ਰਕਿਰਤੀ ਥੋੜੀ ਪੁੱਛਦੀ ਹੈ, ਉਹ ਤੇ ਨੇਚਰ ਆ। ਬਸ ਤੁਸੀਂ ਇੱਕ ਸਹੀ ਤਰੀਕੇ ਨਾਲ ਉਹਨੂੰ ਪਲਾਂਟ ਕਰ ਦਿਓ ਤੇ ਬਸ ਉਹ ਪ੍ਰਕਿਰਤੀ ਨੇ ਉਹਨੂੰ ਫਲੀਭੂਤ ਕਰ ਦੇਣਾ। ਅਸੀਂ ਜੋ ਵੀ ਕਰਦੇ ਹਾਂ, ਜੇ ਤੁਸੀਂ ਪ੍ਰਮਾਤਮਾ ਦੀ ਇੱਛਾ ਕੀਤੀ ਤੇ ਤੁਹਾਨੂੰ ਪ੍ਰਮਾਤਮਾ ਵੀ ਮਿਲ ਜਾਣਾ ਵਾ। ਇਹ ਵੀ ਸੱਚ ਆ। ਪਰ ਇੱਛਾ ਜਿਹੜੀ ਹੈ ਨਾ, ਉਹ ਫੁੱਲੀ ਹਰਟ ਹੋਣੀ ਚਾਹੀਦੀ ਆ, ਪੂਰੇ ਤੌਰ ਤੇ। ਜੇ ਤੁਸੀਂ 50-50 ਐਨੂੰ ਆਣੂ, ਫਿਰ ਉਹ ਕਨਫਿਊਜ਼ਨ ਕ੍ਰੀਏਟ ਹੋ ਜਾਣੀ ਹੈ, ਕਰਾਂ ਕਿ ਨਾ ਕਰਾਂ। ਉਦਣ ਕਮਲ ਮੈਨੂੰ ਕਹਿਣ ਦਿਆ ਸੀ, ਕਹਿੰਦਾ ਪਾਪਾ ਮੈਂ ਪਤਾ ਨਹੀਂ ਕਿੱਥੇ, ਕਹਿੰਦਾ ਪੜ੍ਹਨੇ ਆ, ਪਰ ਮੈਂ ਵੇਖੀ ਵੀਡੀਓ, ਕਹਿੰਦਾ ਮੰਨ ਲਓ ਕਿ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਤੇ ਨਿੱਜਰ ਸਾਹਿਬ 2 ਆਪਸ਼ਨ ਆ। ਤੇ ਤੁਸੀਂ ਕਹਿੰਦਾ ਜੇ ਕਲੀਅਰ ਕਰਨਾ ਨਾ ਕਿ ਤੁਸੀਂ ਕਿਹੜਾ ਸਹੀ ਆ, ਕਹਿੰਦਾ ਤੁਸੀਂ ਸਿੱਕਾ ਹਵਾ 'ਚ ਸੁੱਟੋ, ਹੈਡ ਦੇ ਤੇਲ ਵਾਲਾ। ਕਹਿੰਦਾ ਜਦੋਂ ਸਿੱਕਾ ਤੁਸੀਂ ਹਵਾ 'ਚ ਸੁੱਟਿਆ ਨਾ, ਤੇ ਜਿਹੜਾ ਸਹੀ ਆ ਉਹ ਤੁਹਾਡੇ ਮਨ 'ਚ ਆ ਜਾਏਗਾ। ਦੇਖ ਲਓ, ਏਡੀ ਵੱਡੀ ਗੱਲ ਹੈ। ਆਪ ਕਰਕੇ ਦੇਖ ਲਓ ਸੰਗਤ ਜੀ। ਮਤਲਬ ਮੰਨ ਲਓ 2 ਚੀਜ਼ਾਂ ਵਾ, ਤੁਸੀਂ ਕਰਨੀ ਕਿ ਨਹੀਂ ਕਰਨੀ। ਤੁਸੀਂ ਸਿੱਕਾ ਬਣਾ ਲਓ ਤੇ ਸਿੱਕੇ ਦੀ ਟਾਸ ਛੋੜ ਦਿਓ। ਤਾਂ ਜਦੋਂ ਸਿੱਕਾ ਹਵਾ 'ਚ ਜਾਊਗਾ ਨਾ, ਤੁਹਾਨੂੰ ਪਤਾ ਲੱਗ ਜੂਗਾ, ਤੁਹਾਡੀ ਸੈਂਸ ਦੱਸ ਜੂਗੀ ਕਿ ਕਿਹੜਾ ਮੈਂ ਕਰਨਾ ਤੇ ਕਿਹੜਾ ਸਹੀ ਹੈ। ਕਿਉਂਕਿ ਸਾਡਾ ਮਨ ਇਕੱਠਾ ਹੋ ਜਾਂਦਾ ਨਾ, ਸਿੱਕੇ ਦੇ ਧਿਆਨ 'ਚ ਚੱਲ ਜਾਂਦਾ ਹੈ, ਤੇ ਜਿਹੜੀ ਮਨ ਨੂੰ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਹੈ, ਤੇ ਸਾਡੀ ਜਿਹੜੀ ਉਹ ਕਲੈਰਿਟੀ ਹੋ ਜਾਂਦੀ ਇੰਨੇ ਛੋਟੇ ਸਮੇਂ ਦੇ ਵਿੱਚ। ਕਿਉਂਕਿ ਵਿਚਾਰ ਬਹੁਤ ਕਲੀਅਰ ਹੋਣੇ ਚਾਹੀਦੇ ਨੇ। ਜਦੋਂ ਵਿਚਾਰ ਜ਼ਿਆਦਾ ਹੋ ਜਾਣ ਫਿਰ ਗੱਲ ਕਲੀਅਰ ਨਹੀਂ ਹੁੰਦੀ, ਤੇ ਜਦੋਂ ਕਲੀਅਰ ਨਹੀਂ ਤੇ ਫੈਸਲਾ ਉਹਨਾਂ ਮੁਸ਼ਕਲ ਹੋ ਜਾਏਗਾ। ਤੇ ਜਦੋਂ ਸਮਾਨ ਘੱਟ ਹੋਊਗਾ ਤੇ ਫੈਸਲਾ ਉਹਨਾਂ ਸਾਫ਼ ਸੁਥਰਾ ਹੋਊਗਾ। ਹਾਂਜੀ ਨਜਰ ਸਾਹਿਬ। ਹਾਂ, ਇਹ ਫਰੀਦ ਜੀ ਜਿਹੜੇ ਹੈਗੇ ਇਸੇ ਗੱਲ ਨੂੰ ਅੱਗੇ ਹੋਰ ਵਧਾ ਰਹੇ ਭਾਈ, ਕਿ ਦੇਖ ਤੂੰ ਜਿਹੜਾ ਹੈਗਾ ਕਰਮ ਕਾਂਡਾਂ ਦੇ ਵਿੱਚ ਇੱਧਰ ਉੱਧਰ ਪਰਮਾਤਮਾ ਨੂੰ ਲੱਭਦਾ ਫਿਰ ਰਿਹਾ ਆ, ਔਰ ਉਹ ਮਾਲਕ ਪਰਮਾਤਮਾ ਨੇ ਮਿਲਣਾ ਤੈਨੂੰ ਤੇਰੇ ਅੰਦਰ ਹੀ ਹੈਗਾ। ਵਿਚਾਰ ਬੰਦ ਕਰੇਗਾ ਤੇ ਮਾਲਕ ਮਿਲਣਾ ਹੈ, ਮਾਲਕ ਨੇ ਪ੍ਰਗਟ ਹੋ ਜਾਣਾ, ਤੇਰੀ ਆਤਮਾ ਤੈਨੂੰ ਨਜ਼ਰ ਆ ਜਾਣੀ ਆ। ਅੱਗੇ ਹੁਣ 20ਵਾਂ ਸ਼ਲੋਕ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸੈ ਕੋਹਾਂ ਥਿਓਮ। ਕਹਿੰਦਾ ਆਹ ਹਾਲਤ ਆ ਜਾਣੀ ਹੈ ਪਿਆਰਿਆ। ਹੁਣ ਦੇਖ ਲੈ, ਹੁਣ ਤੂੰ ਜਿਹੜਾ ਉੱਡਿਆ ਫਿਰਦਾ ਹੈ ਮਾਇਆ ਦੇ ਵਿੱਚ, ਇੱਧਰ ਉੱਧਰ ਜਿਹੜਾ ਹੈਗਾ, ਤੈਨੂੰ ਭਗਤੀ ਵਾਲੀ ਜੀ ਗੱਲ ਜਿਹੜੀ ਹੈਗੀ ਕੋਈ ਤੇਰੇ ਬਿਲਕੁਲ ਚੇਤੇ ਵੀ ਨਹੀਂ ਹੈਗੀ, ਔਰ ਆਹ ਕੰਡੀਸ਼ਨ ਹੋ ਜਾਣੀ ਹੈ। ਫਰੀਦ ਜੀ ਕਹਿੰਦੇ ਆ ਭਾਈ, ਮੈਂ ਇਹ ਲੱਤਾਂ ਜਿਹੜੀਆਂ ਮੇਰੀਆਂ ਲੱਤਾਂ ਸੀਗੀਆਂ, ਇਹਨਾਂ ਦੇ ਨਾਲ ਮੈਂ ਕਿੱਥੇ ਪਹਾੜ ਤੇ ਥਲ ਕਿੱਥੇ ਘੁੰਮਿਆ ਆ, ਸਾਰੀ ਦੁਨੀਆ ਗਾ ਲਈ ਇਹਨਾਂ ਦੇ ਨਾਲ ਮੈਂ। ਤੇ ਅੱਜ ਫਰੀਦਾ ਕੂਜੜਾ ਸੈ ਕੋਹਾਂ ਥਿਓਮ, ਅੱਜ ਮੈਂ ਪਾਣੀ ਪੀਣਾ ਹੈ ਤੇ ਘੜਾ ਵੀ ਜਿਹੜਾ ਹੈਗਾ ਮੇਰੇ ਕਮਰੇ ਦੇ ਵਿੱਚ ਹੀ ਹੈਗਾ, ਔਰ 100 ਕੋਹ ਤੇ ਲੱਗਦਾ ਹੈ ਮੈਨੂੰ, ਮੈਂ ਉੱਠ ਕੇ ਪਾਣੀ ਵੀ ਨਹੀਂ ਪੀ ਸਕਦਾ। ਇਸ ਤਰ੍ਹਾਂ ਆਪਣਾ ਜਿਹੜਾ ਹੈਗਾ ਸ਼ਕਤੀ ਜਿਹੜੀ ਹੈਗੀ ਆ, ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਨੂੰ ਜਰ ਆ ਜਾਣੀ ਆ ਭਾਈ, ਬੜੇ ਪਾ ਆ ਜਾਣਾ। ਇਹ ਸਦਾ ਰਹਿਣ ਵਾਲਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਜੋ ਆਪਾਂ ਸੋਚ ਕੇ ਬੈਠੇ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਤੁਹਾਡਾ ਤੇ ਮੈਨੂੰ ਪਤਾ ਨਹੀਂ, ਮੈਨੂੰ ਆਪਣੇ ਸਰੀਰ ਤੇ ਪਤਾ ਲੱਗਣ ਡਿਆ ਪਿਆ। ਉਨੀ ਜਾਨ ਨਹੀਂ ਹੈਗੀ ਲੱਤਾਂ 'ਚ, ਉਨੀ ਜਾਨ ਨਹੀਂ ਰਹੀ ਸਰੀਰ ਦੇ ਵਿੱਚ ਕਈ ਚੀਜ਼ਾਂ ਆ ਰਹੀਆਂ ਨੇ। ਕਿਉਂਕਿ ਸਰੀਰ ਤੇ ਪ੍ਰਕਿਰਤੀ 'ਚ ਆਉਂਦਾ ਨਾ, ਤੇ ਪ੍ਰਕਿਰਤੀ ਦੇ ਸਮੇਂ ਦੇ ਅਨੁਸਾਰ ਹੀ ਚੱਲਦੀ ਹੈ। ਸਮੇਂ ਨਾਲ ਜਦੋਂ ਜਵਾਨੀ ਆਉਂਦੀ ਹੈ, ਬੰਦੇ 'ਚ ਬੜੀ ਜਾਨ ਆ ਜਾਂਦੀ ਹੈ, ਬੰਦੇ ਨੂੰ ਸਾਰੀ ਦੁਨੀਆ ਭੁੱਲ ਜਾਂਦੀ ਹੈ। ਤੇ 35 ਸਾਲ ਤੋਂ ਬਾਅਦ ਬੰਦੇ ਨੂੰ ਪਤਾ ਲੱਗਣ ਡਿਆ ਪੈਂਦਾ ਕਿ ਸਰੀਰ 'ਚ ਹੁਣ ਕੁਛ ਕਮੀ ਪੇਸ਼ੀ ਆ ਗਈ, ਔਰ ਫਿਰ ਉਸ ਤੋਂ ਬਾਅਦ ਗਰਾਫ ਥੱਲੇ ਆਉਂਦਾ। ਠੀਕ ਹੈ। ਉਹ ਕਹਿੰਦੇ ਕਿ ਦੇਖੋ, ਜਦੋਂ ਜਵਾਨੀ ਹੁੰਦੀ ਹੈ ਬੰਦਾ ਕਿੱਦਾਂ ਵਾਹ ਨੂੰ ਤਲਵਾਰਾਂ ਮਾਰਦਾ, ਔਰ ਫਿਰ ਉਹੀ ਬੰਦਾ ਹੁੰਦਾ ਜੋ ਵਿਚਾਰੇ ਕੋ ਆਪਣੇ ਮਾੜੇ ਮੋਟੇ ਕੰਮ ਨਹੀਂ ਹੁੰਦੇ। ਪਾਣੀ ਦਾ
ਇੱਕ ਕੌਲਾ ਭਰਨਾ ਉਹਦੇ ਲਈ ਬੜਾ ਔਖਾ ਹੁੰਦਾ। ਇੱਕ ਉਹੀ ਬੰਦਾ ਹੁੰਦਾ, ਵਿਚਾਰੇ ਨੂੰ ਕਹੀਏ ਕਿ ਕੁੜਤਾ ਚੇਂਜ ਕਰ ਲਾ, ਕੋਈ ਕੁੜਤਾ ਚੇਂਜ ਨਹੀਂ ਹੋਣਾ। ਗੋਰਕੀ ਸਾਹਿਬ, ਧੁੱਪੇ ਤੋਂ ਛਾਵੇਂ ਨਹੀਂ ਹੋ ਸਕਦਾ। ਆਪਣੀ ਮੰਜੀ ਕੀ ਆ, ਆਪਣੇ ਆਪ ਨੂੰ ਚੱਕ ਕੇ ਲਿਜਾ ਨਹੀਂ ਸਕਦਾ ਬੰਦਾ। ਹਾਂ, ਵੇਲੇ ਦੀ ਚੀਜ਼ ਬੜੀ ਖਤਰਨਾਕ ਚੀਜ਼, ਔਰ ਸਮੇਂ ਦੇ ਵਿੱਚ ਆਪਣਾ ਸਰੀਰ ਹੈ। ਇਸ ਲਈ ਕਹਿੰਦੇ ਐਕਸਰਸਾਈਜ਼ ਕਰਿਆ ਕਰੋ, ਮਸ਼ੀਨ ਚੱਲਦੀ ਰਿਹਾ ਕਰੇ। ਠੀਕ ਹੈ, ਇਹ ਮਸ਼ੀਨ ਬਹੁਤ ਚੰਗੀ ਆ ਤੇ ਇਹਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਹੈ, ਇਹਨੂੰ ਮਿਸਯੂਜ਼ ਨਹੀਂ ਕਰਨਾ, ਕਿਉਂਕਿ ਦੁਨੀਆ ਦੇ ਵਿੱਚ ਕੋਈ ਐਸੀ ਟੈਕਨੋਲੋਜੀ ਨਹੀਂ ਜਿਹੜੀ ਨੂੰ ਸਹੀ ਕਰ ਦੇ। ਔਰ ਇਸ ਮਸ਼ੀਨ ਨੂੰ ਬੰਦਾ ਖੁਦ ਖਰਾਬ ਕਰਦਾ ਹੈ। ਪਾਣੀ ਰੱਜ ਕੇ ਪੀਆ ਕਰੋ। ਮੈਂ ਵੀ ਇਹ ਗੱਲ ਤੇ ਪਹਿਰਾ ਦੇਵਾਂਗਾ, ਤੁਸੀਂ ਵੀ ਦਿਓ। ਇੱਕ ਤੁਰਿਆ ਕਰੋ ਘੱਟੋ ਘੱਟ 35-40 ਮਿੰਟ ਪਲੀਜ਼, ਤੁਹਾਡੇ ਲਈ ਚੰਗਾ ਹੈ। ਖਾਓ ਓਨਾ ਕੁ ਜਿੰਨਾ ਕੁ ਪਚਾ ਸਕਦੇ ਜੋ। ਜਦੋਂ ਪਤਾ ਲੱਗ ਗਿਆ ਕਿ ਮੇਰੀ ਜ਼ਰੂਰਤ ਨਹੀਂ ਹੈ, ਉਸ ਤੋਂ ਬਾਅਦ ਜਿਹੜਾ ਨਾ ਖਾਣਾ ਜ਼ਹਿਰ ਆ ਉਹ ਨਾ ਖਾਇਆ, ਕਿਉਂਕਿ ਲੋੜ ਤੋਂ ਜ਼ਿਆਦਾ ਚੀਜ਼ ਦੇਖੋ ਨਾ, ਤੁਹਾਡੇ ਬੈਗ ਦੀ ਲਿਮਟ ਆ, ਉਹ ਚ 4-5 ਸੂਟ 10 ਸੂਟ ਪਾਓ, ਉਹ ਓਨੇ ਹੀ ਸਹੀ ਆ। ਤੇ ਜੇ ਤੁਸੀਂ ਵੱਧ ਪਾਉਣ ਦੀ ਕੋਸ਼ਿਸ਼ ਕਰੋਗੇ, ਕੀ ਹੋਊਗਾ? ਬੈਗ ਪਾੜ ਜਾਊਗਾ। ਉਹ ਹਿਸਾਬ ਤੁਹਾਡਾ ਢਿੱਡ ਆ, ਢਿੱਡ ਤੁਹਾਡੀ ਕਪੈਸਿਟੀ ਆ, ਉਹਨਾਂ ਕੀ ਰਾਸ਼ਨ ਪਾਓ ਜਿੰਨਾ ਕੋ ਖਾਂਦਾ। ਵੈਸੇ ਵੀ ਭੁੱਖੇ ਰਹੋ, ਮੈਂ ਤੇ ਇਹ ਕਹਿੰਦਾ ਘੱਟ ਖਾਇਆ ਕਰੋ। ਬੰਦਾ ਜਿਹੜਾ ਭੁੱਖਾ ਰਹਿੰਦਾ ਉਹ ਤੇ ਬਿਮਾਰ ਹੀ ਨਾ ਹੁੰਦਾ। ਹੁਣ ਇੱਥੇ ਕਲੀਨਿਕ ਤੇ ਮੈਂ ਵੇਖਦਾ ਕਿੰਨੇ ਲੋਕਾਂ ਦਾ ਵਜਨ ਜ਼ਿਆਦਾ, ਕਾਰਨ ਕੀ ਆ? ਮੂੰਹ ਤੇ ਕੰਟਰੋਲ ਨਹੀਂ ਆ। ਬਸ ਜੋ ਆ ਗਿਆ ਖਾ ਲਿਆ, ਬੱਕਰੀ ਵਾਂਗੂ ਸਾਰਾ ਦਿਨ ਲੋਕੀ ਮੂੰਹ ਚਲਾਉਂਦੇ ਆ, ਮੁੜ ਕੇ ਕਹਿੰਦੇ ਵਜਨ ਨਹੀਂ ਘਟਦਾ। ਵਜਨ ਕਿੱਥੋਂ ਘਟਣਾ ਮੁੜ ਕੇ? ਉਹ ਤਾਂ ਬੜਾ ਵੱਡਾ ਜੱਬ ਹੈ, ਕਿਉਂਕਿ ਉਹ ਆਦਤ ਪੈ ਜਾਣੀ ਮੁੜ ਕੇ ਤੁਹਾਡੇ ਔਰਗਨਾਂ ਨੂੰ ਉਹ ਰਾਸ਼ਨ ਚਾਹੀਦਾ। ਫਿਰ ਨਹੀਂ ਦੋਗੇ ਤੇ ਰੌਲਾ ਪੈ ਜਾਂਦਾ ਅੰਦਰ ਸਰੀਰ ਚ। ਹਾਂਜੀ ਸਭ ਅੱਗੇ ਚੱਲੀਏ। ਫਰੀਦਾ, ਇਹ ਤਾਂ ਹੋ ਗਿਆ ਜੀ। ਫਰੀਦਾ, ਰਾਤੀ ਵੱਡੀਆਂ ਤੁਕ ਉੱਠਣ ਪਾਸ। ਹੁਣ ਦੇਖੋ, ਫਰੀਦ ਜੀ ਨੇ ਪਹਿਲਾਂ ਦੱਸਤਾ, ਪਿਆਰੇ ਦੇਖ ਤੇਰੀ ਸ਼ਕਤੀ ਘੱਟ ਜਾਣੀ ਆ, ਔਰ ਆ ਜਿਹੜੀ ਤੇਰੀ ਮਨੁੱਖੀ ਜੂਨ ਤੂੰ ਸਮਝਦਾ ਮੈਂ ਕਦੀ ਮਰਨਾ ਹੀ ਨਹੀਂ ਹੈਗਾ। ਇਹ ਜਿਹੜੀ ਰਾਤ ਆ ਨਾ ਤੇਰੀ, ਇਹ ਰਾਤ ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਨਿਕਲ ਗਈ। ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੇ ਤੇਰੀਆਂ ਇੰਨੀਆਂ ਰਾਤਾਂ ਹੋਰ ਆਉਣੀਆਂ ਹੈ, ਉਹ ਤੇਰੇ ਕੋਲੋਂ ਕੱਟੀਆਂ ਨਹੀਂ ਜਾਣੀਆਂ। ਫਰੀਦਾ, ਰਾਤੀ ਵੱਡੀਆਂ ਰਾਤਾਂ ਆ ਜਾਣੀਆਂ ਫਿਰ 84 ਲੱਖ ਦੀਆਂ। ਫਰੀਦਾ, ਰਾਤੀ ਵੱਡੀਆਂ ਤੁਕ ਉੱਠਣ ਪਾਸ। ਫਿਰ ਤੇਰੇ ਪਾਸੇ ਜਿਹੜੇ ਹੈਗੇ ਬਸ ਤੁਕ ਕੇ ਜਿਹੜੇ ਹੈਗੇ ਦੁਖੀ ਹੁੰਦਾ ਰਹੇਗਾ। ਫਰੀਦਾ, ਰਾਤੀ ਵੱਡੀਆਂ ਤੁਕ ਉੱਠਣ ਪਾਸ। ਤਿੱਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਕਹਿੰਦੇ ਤਿਕਾਰਿਆ ਤੂੰ ਜਿਹੜਾ ਹੈਗਾ ਆਹ ਜੀਵਨ ਦੀ ਛੋਟੀ ਜੀ ਰਾਤ ਜਿਹੜੀ ਹੈ ਇਨਸਾਨੀ ਜੌਮੇ ਦੀ, ਜਿਹੜਾ ਹੈਗਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤਿਕਾਰਿਆ ਤੂੰ ਜਿਹੜਾ ਹੈਗਾ, ਜਿਹੜਾ ਵਿਡਾਣੀ ਆਸ, ਜਿਹੜੀ ਮਾਇਆ, ਜਿਹੜੀ ਪਦਾਰਥ ਜਿਹੜੇ ਹੈਗੇ ਇਹਦੇ ਉੱਤੇ ਹੀ ਕੱਢ ਦਿੱਤਾ। ਔਰ ਪਰਮਾਤਮਾ ਨੂੰ ਤੂੰ ਜਿਹੜਾ ਹੈਗਾ, ਪਰਮਾਤਮਾ ਨੂੰ ਤੂੰ ਚੂਜ਼ ਹੀ ਨਹੀਂ ਕੀਤਾ। ਵਾਹ, ਕਮਾਲ ਤੇਰੀ। ਹਾਂਜੀ ਵੀਰ ਜੀ, ਦੇਖ ਲਓ ਸਮਾਂ ਕਿੰਨਾ ਲੰਮਾ ਹੁੰਦਾ ਹੈ। ਕਿੰਨੇ ਸਾਲ ਬੰਦਾ ਰਹਿੰਦਾ ਹੈ ਧਰਤੀ ਤੇ ਜੇਕਰ ਉਹਨੂੰ ਪੁੱਛੋ ਕਿ ਤੂੰ ਆਤਮ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਕਿੰਨਾ ਸਮਾਂ ਲਗਾਇਆ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਉਸ ਡਾਇਰੈਕਸ਼ਨ ਵੱਲ ਚੱਲਿਆ ਸਾਂ। ਉਹਨੂੰ ਪੁੱਛੋ, ਉਹ ਕਹਿੰਦਾ ਇਹ ਤੇ ਲਿਸਟ 'ਚ ਨਹੀਂ ਨਾ ਆਏਗਾ। ਹੋਰ ਕੰਮ ਬੰਦਾ ਸਾਰੇ ਕਰਦਾ, ਪਰ ਪਰਮਾਤਮਾ ਦੇ ਵੱਲ ਨਹੀਂ ਜਾਂਦਾ। ਧਾਰਮਿਕ ਸਥਾਨਾਂ ਤੇ ਮੱਥਾ ਟੇਕਣਾ ਮਾੜੀ ਚੀਜ਼ ਨਹੀਂ ਆ, ਉੱਥੇ ਵੀ ਕੋਈ ਮਕਸਦ ਲਈ ਜਾਂਦਾ ਹੈ। ਓਦਾਂ ਰੱਬ ਨਹੀਂ ਚੇਤੇ ਆਉਂਦਾ। ਕੋਈ ਡਿਮਾਂਡ ਆ ਅੰਦਰ, ਕੋਈ ਚੀਜ਼ ਆ ਜਿੱਥੇ ਹੱਥ ਨਹੀਂ ਪਹੁੰਚ ਰਿਹਾ ਤੇ ਉਹ ਸੋਚਦੇ ਚਲੋ ਬਾਬੇ ਦਾ ਸਹਾਰਾ ਲੈ ਲਈਏ। ਕੋਈ ਸ਼ਰਧਾ ਦੇ ਵੱਸ ਥੋੜੀ ਜਾਂਦਾ ਬੰਦਾ ਉੱਥੇ, ਕੇਵਲ ਡਿਮਾਂਡ। ਇੱਥੇ ਲੋਕ ਰੱਖ ਲੈਂਦੇ ਨੇ ਅਖੰਡ ਪਾਠ, ਕਹਿੰਦੇ ਨੇ ਸਾਡੀ ਡਿਮਾਂਡ ਨਹੀਂ ਪੂਰੀ ਹੋਈ, ਅਖੰਡ ਪਾਠ ਤੇ ਰਖਾਇਆ ਸੀ। ਫਿਰ ਉੱਥੇ ਚਲੀਏ ਇਕੱਠੇ ਚੱਲ ਜਾਂਦੇ ਆ, ਉੱਥੇ ਬਰਤਨ ਧੋਣੇ, ਪਾਠ ਕਰਨੇ, ਏਦਾਂ ਕਰਦੇ ਨੇ ਲੋਕ ਡਿਮਾਂਡ। ਪਰ ਬੰਦਾ ਪੁੱਛੇ ਪਰਮਾਤਮਾ ਤੁਹਾਡੇ ਕੰਮ ਕਰਦਾ ਫਿਰੂਗਾ, ਤੁਸੀਂ 10 ਪਾਠ ਕਰ ਲਏ ਉੱਥੇ, ਪਰ ਉਹੋ ਜਿਹੇ ਦੱਸਣ ਵਾਲੇ ਉੱਥੇ ਵੇਖੋ। ਉੱਥੇ ਗੁੜਕਿਆਂ ਦੇ ਵਿੱਚ ਇੱਕ ਛੋਟੀ ਜਿਹੀ ਪਰਚੀ ਲੈ ਕੇ ਪਾਈ, ਬੜੇ ਸਾਲ ਪਹਿਲਾਂ ਮੈਂ ਵੇਖੀ। ਇਹ ਪਰਚੀ 5 ਬੰਦਿਆਂ ਲਈ ਹੋਰ ਲੈ ਕੇ ਪਾ ਦਿਓ ਕਿ 2 ਸੁਖਮਨੀ ਸਾਹਿਬ ਦੇ ਪਾਠ ਕਰੋ। ਨਿੱਜਾ ਸਾਹਿਬ ਦੇਖੋ ਪਤਾ ਨੀ ਕਿੱਦਾਂ ਦੇ ਲੋਕਾਂ ਦੇ ਕੀ ਦਿਮਾਗ ਨੂੰ ਹੋਇਆ।
ਇਹ ਪਰਚੀ 5 ਬੰਦਿਆਂ ਨੂੰ ਪਾ ਦਿਓ, ਤੁਹਾਡੀ ਫਲਾਨੀ ਇੱਛਾ ਪੂਰੀ ਹੋ ਜਾਊਗੀ। ਤੇ ਜੇ ਤੁਸੀਂ 10 ਬੰਦਿਆਂ ਨੂੰ 10 ਗੁੜਕਿਆਂ 'ਚ ਪਰਚੀ ਪਾਤੀ ਤੇ ਆ ਇੱਛਾ ਪੂਰੀ ਹੋਊਗੀ। ਵੇਖੋ, ਪਰ ਲੋਕ ਉਹ ਬੇਵਕੂਫੀਆਂ ਕਰ ਲੈਂਦੇ ਨੇ। ਗਿਆਨ ਦੀ ਕਮੀ, ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਦਾਤਾ ਵਾ, ਲੋਕ ਉਦਾਂ ਕਰੀ ਜਾਂਦੇ। ਕਬੀਰ ਸਾਹਿਬ ਤੇ ਕਹਿੰਦੇ ਅੰਨਾ ਠੇਲੀ। ਬਾਣੀ ਪੜ੍ਹਨੀ ਆ, ਉੱਥੋਂ ਮੈਸੇਜ ਲੈਣਾ ਆਪਾਂ। ਬਿਲਕੁਲ। ਔਰ ਮੈਸੇਜ ਨੂੰ ਕੀ ਕਰਨਾ ਫਿਰ? ਉਹਨੂੰ ਜ਼ਿੰਦਗੀ 'ਚ ਲੈ ਕੇ ਆਉਣਾ ਹੈ ਮੁੜ ਕੇ। ਬਿਲਕੁਲ, ਆਪਾਂ ਉਹਨੂੰ ਉਹਦੇ ਅਨੁਸਾਰ ਬਣਨਾ ਹੈ। ਹਾਂ, ਉਹ ਫਿਰ ਬੜੀ ਪ੍ਰੈਕਟੀਕਲ ਗੱਲ ਹੈ। ਉੱਥੇ ਬੰਦਾ ਤਾਂਹੀਓ ਤੇ ਅੱਖਾਂ ਬੰਦ ਕਰਕੇ ਦਵਾ ਦਬ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਕੇ ਸਾਈਡ ਤੇ ਗੁੜਕਾ ਉੱਥੇ ਰੱਖਿਆ, ਚਲੋ ਜੀ ਕੰਮ ਤੇ ਵਾਪਸ। ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਨਾਲਾ ਉੱਥੇ ਦਾ ਉੱਥੇ। ਉਹ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਵਾ। ਇੱਕ ਸ਼ਬਦ ਚੰਗਿਆਈ, ਤੁਸੀਂ ਧਰਮ ਨੂੰ ਫੜ ਲਓ ਜਾਓ ਕਿ ਅੱਜ ਤੋਂ ਬਾਅਦ ਮੈਂ ਧਰਮ ਦੇ ਅਨੁਸਾਰ ਜੀਵਨ ਬਤੀਤ ਕਰਾਂਗਾ। ਤੇ ਫਿਰ ਤੈਨੂੰ ਰੱਬ ਲੱਭਣ ਦੀ ਲੋੜ ਥੋੜੀ ਆ। ਤੁਸੀਂ 2-4 ਮਹੀਨੇ 'ਚ ਖੁਦ ਹੀ ਰੱਬ ਬਣ ਜਾਣਾ ਵਾ। ਕੀ ਗੱਲ ਕਰਦੇ ਜੋ? ਕਿੱਥੇ ਰੱਬ? ਕੋਈ ਨਹੀਂ ਬੰਦਾ ਚਾਹੁੰਦਾ ਕਿ ਰੱਬ ਪ੍ਰਗਟ ਹੋਵੇ। ਉਹ ਕਹਿੰਦਾ ਰੱਬ ਹੈਗਾ, ਪਰ ਗੁਰਦੁਆਰੇ 'ਚ ਹੈਗਾ, ਮੰਦਿਰ 'ਚ ਹੈਗਾ, ਜਾਂ ਫਿਰ ਹੋਵੇਗਾ ਤੇ 7ਵੇਂ ਅਸਮਾਨ 'ਚ ਹੋਊਗਾ। ਇੱਥੇ ਜਿੱਥੇ ਮੈਂ ਜੀਵਨ ਬਤੀਤ ਕਰਦਾ, ਇੱਥੇ ਰੱਬ ਰੂਪੀ ਕੋਈ ਸ਼ਕਤੀ ਮੈਨੂੰ ਦਿਖਦੀ ਨਹੀਂ ਪਈ। ਹਾਂਜੀ, ਧਰਮਰਾਜ ਕਿੱਥੇ ਜੀ? ਉਹ ਕਹਿੰਦੇ ਆ ਜੀ ਧਰਮਰਾਜ ਕੋਈ ਸਤਾ ਹੈਗੀ ਆ, ਉੱਥੇ ਜਾਵਾਂਗੇ ਲੇਖਾ ਲੁਖਾ ਹੋਊਗਾ। ਤੇ ਜਿਹੜਾ ਧਰਮਰਾਜ ਕਹਿੰਦੇ ਆ ਚਿੱਤਰਗੁਪਤ ਸਾਡੇ ਅੰਦਰ ਆ, ਉਹਦੇ ਬਾਰੇ ਸਾਨੂੰ ਬਹੁਤੀ ਡਿਟੇਲ ਦਾ ਨਹੀਂ ਪਤਾ। ਉਹ ਕਹਿੰਦੇ ਕਿ ਚਿੱਤਰਗੁਪਤ ਤੇਰੇ ਹਰ ਇੱਕ ਕਰਮ ਨੂੰ ਲਿਖ ਰਿਹਾ। ਜਿਹੜਾ ਚਿੱਤਰਗੁਪਤ? ਤੁਹਾਡਾ ਚਿੱਤ। ਇਸ ਚਿੱਤ ਨੇ ਤੇ ਗਵਾਹੀ ਦੇਣੀ ਹੈ ਕਿ ਆ ਮੈਂ ਸਭ ਕੁਝ ਵੇਖਿਆ। ਤੁਹਾਡੇ ਅੰਦਰ ਵੇਖੋ, ਤੁਸੀਂ ਕਰਮ ਕਰਦੇ ਜੋ, ਚੋਰੀ ਕਰੋ, ਠੱਗੀ ਮਾਰੋ, ਡਾਕਾ ਮਾਰੋ, ਧੋਖਾ ਦਵੋ, ਤੁਹਾਡੇ ਅੰਦਰ ਸਤਾ ਬੈਠੀ ਹੋ, ਤੁਹਾਨੂੰ ਕੁਛ ਨਹੀਂ ਕਹਿੰਦੀ, ਉਹ ਵੇਂਦੀ ਪਈ ਆ। ਤੁਸੀਂ ਕਰਕੇ ਵੇਖ ਲਓ। ਅੰਦਰੋਂ ਕਹਿੰਦੀ ਤਾਂ ਹੈ ਗੁਰਕੀ ਸਾਹਿਬ, ਅੰਦਰੋਂ ਆਵਾਜ਼ ਤਾਂ ਆਉਂਦੀ ਹੈ ਵੀ ਨਾ ਕਰ, ਤੂੰ ਮਾੜਾ ਕਰ ਰਿਹਾ ਭਾਈ। ਕਹਿੰਦੀ ਤਾਂ ਹੈਗੀ। ਨਹੀਂ ਤਾਂ ਆਵਾਜ਼ ਵੀ ਨਹੀਂ ਆਉਂਦੀ, ਉਹ ਵੇਂਦਾ ਪਿਆ ਵਾ। ਉਹ ਚੁੱਪ ਬੈਠਾ, ਉਹ ਕਹਿੰਦਾ ਮੈਂ ਵੇਂਦਾ ਪਈ। ਸਾਖੀ ਹੈਗਾ ਤੁਹਾਡੇ ਅੰਦਰ। ਬਿਲਕੁਲ। ਸਮਝੋ, ਉਹਨੂੰ ਕਿੱਥੇ ਲੱਭਦੇ ਫਿਰਦੇ ਆ ਆਪਾਂ? ਕਿਤੇ ਹੈਗਾ ਉਹ ਬੰਦਾ ਥੋੜੀ ਆ ਤੁਹਾਡੇ ਮੇਰੇ ਵਰਗਾ ਜਿਹੜਾ ਇੱਥੇ ਉੱਥੇ ਬੈਠਾ ਵਾ। ਇਸ ਪਰਮਾਤਮਾ ਵਾ, ਤੇ ਇੱਕ ਪਾਵਰ ਆ। ਉਹ ਤੋਂ ਬਿਨਾਂ ਕੁਛ ਵੀ ਜਿੰਦਾ ਨਹੀਂ ਹੋ ਸਕਦਾ। ਇਹ ਸਭ ਆਪਾਂ ਉੱਥੋਂ ਹੀ ਸ਼ਕਤੀ ਲੈ ਰਹੇ ਹਾਂ। ਮੱਛਰ, ਮੱਖੀਆਂ, ਕੀੜੇ ਮਕੌੜੇ, ਹਾਥੀ, ਪਰਿੰਦੇ, ਸਭ ਉਹ ਤੋਂ ਬਾਅਦ ਤੇ ਕੁਛ ਨਹੀਂ ਜੋ ਹੈ। ਜਿੰਨਾ ਚਿਰ ਤੱਕ ਆਪਾਂ ਉਸ ਲੈਵਲ ਦਾ ਨਹੀਂ ਸੋਚਦੇ, ਅਸੀਂ ਧਾਰਮਿਕ ਨਹੀਂ ਹੋ ਸਕਦੇ। ਤੇ ਜਦੋਂ ਅਸੀਂ ਸੋਚਦੇ ਹਾਂ ਧਾਰਮਿਕ, ਪਰਮਾਤਮਾ ਕਿਤੇ ਇੱਕ ਗ੍ਰੰਥ ਸਾਹਿਬ ਦੇ ਵਿੱਚ ਹੀ ਬੈਠਾ ਹੈ, ਜਾਂ ਉਹ ਕੋਈ ਰਮਾਇਣ 'ਚ ਬੈਠਾ ਹੈ, ਜਾਂ ਕਿਤੇ ਹੋਰ ਗੀਤਾ 'ਚ ਬੈਠਾ ਹੈ, ਜਾਂ ਕੁਰਾਨ 'ਚ ਬੈਠਾ ਹੈ, ਤੇ ਫਿਰ ਤੇ ਸਾਡਾ ਵਹਿਮ ਹੀ ਆ। ਪਰਮਾਤਮਾ ਜਿੰਦਾ ਹੈ ਔਰ ਹਰ ਪਲ ਸਾਡੇ ਨਾਲ ਹੈ। ਬਹੁਤ ਪਾਵਰਫੁਲ ਸ਼ਕਤੀ। ਇਸ ਗੱਲ ਨੂੰ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੀਦਾ, ਫਿਰ ਹੀ ਜੀਵਨ ਉੱਚਾ ਹੋਣਾ। ਜੇ ਕਿ ਨਹੀਂ ਸੋਚਦੇ ਆ ਕਿ ਉਹ ਸਤਾ ਕਿਤੇ ਵੱਖਰੀ ਜਗ੍ਹਾ ਤੇ ਬੈਠੀ ਹੈ, ਫਿਰ ਤੇ ਬਹੁਤ ਔਖਾ, ਫਿਰ ਬਹੁਤ ਔਖਾ। ਹਾਂਜੀ ਨਜਰ ਸਾਹਿਬ। ਹਾਂ, ਇੱਕ ਫਰੀਦ ਜੀ ਇੱਕ ਗੱਲ ਆ ਕਹਿ ਰਹੇ ਭਾਈ, ਦੇਖ ਪਰਮਾਤਮਾ ਤੋਂ ਇਲਾਵਾ ਜਿਹੜਾ ਹੈਗਾ, ਵਡਾਣੀ ਆਸ ਨਾ ਰੱਖੀ। ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਹੁਣ ਅੱਗੇ ਜਿਹੜੇ ਹੈਗੇ ਇੱਕ ਨੁਕਤਾ ਹੋਰ ਦੇ ਰਹੇ ਫਰੀਦਾ, ਜੇ ਮੈਂ ਹੋਂਦਾ ਵਾਰਿਆ ਮਿੱਤਾਂ ਆੜਿਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਕਹਿੰਦੇ ਭਾਈ, ਜੇ ਤੂੰ ਆਏ ਗਏ ਦੀ ਸੇਵਾ ਨਹੀਂ ਕੀਤੀ, ਜੇ ਤੂੰ ਆਪਣਾ ਵੰਡਾਇਆ ਨਹੀਂ, ਜੇ ਤੂੰ ਜਿਹੜਾ ਹੈਗਾ ਸੈਲਫਿਸ਼ ਨੇਚਰ ਹੀ ਰੱਖਿਆ, ਤਮੋ ਗੁਣ ਦੇ ਵਿੱਚ ਹੀ ਵਿਚਰਦਾ ਰਹਿ ਗਿਆ। ਫਰੀਦਾ, ਜੇ ਮੈਂ ਹੋਂਦਾ ਵਾਰਿਆ, ਛਪਾ ਲਿਆ, ਮਿੱਤਾਂ ਆੜਿਆਂ, ਕੋਈ ਆਓ ਭਗਤ ਨਹੀਂ ਕੀਤੀ, ਕਿਤੇ ਕਿਸੇ ਨੂੰ ਜਿਹੜਾ ਹੈਗਾ ਆਏ ਗਏ ਦੀ ਜਿਹੜੀ ਹੈਗੀ ਆਪਾਂ ਨੇ ਡੰਗ ਨਹੀਂ ਟਪਾਇਆ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਕਹਿੰਦੇ ਭਾਈ, ਹੇੜਾ ਕਹਿੰਦੇ ਆ ਆਪਣਾ ਸਰੀਰ, ਕਹਿੰਦੇ ਉਹਦੇ ਨਾਲ ਤੇਰਾ ਸਰੀਰ ਜਿਹੜਾ ਹੈਗਾ ਵਧੂਗਾ ਨਹੀਂ, ਤੇਰਾ ਸਰੀਰ ਸੜੂਗਾ। ਮਜੀਠ, ਜਿਵੇਂ ਮਜੀਠ ਜਿਹੜਾ ਹੁੰਦਾ, ਮਜੀਠ ਦਾ ਉਹ ਹੁੰਦਾ, ਉਹਨੂੰ
ਅੱਗ ਦੇ ਉੱਤੇ ਪਾ ਦਿਓ, ਇੱਕਦਮ ਫੱਟ ਦੇ ਨਹੀਂ ਸੜ ਜਾਂਦਾ। ਕਹਿੰਦੇ ਇਸ ਤਰੀਕੇ ਦੇ ਨਾਲ ਤੇਰਾ ਜਿਹੜਾ ਹੈਗਾ ਉਹ ਤੈਨੂੰ ਫਾਇਦਾ ਨਹੀਂ ਕਰੂਗਾ ਪਿਆਰਿਆ। ਇਸ ਕਰਕੇ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਪਰਮਾਤਮਾ 'ਤੇ ਆਸ ਰੱਖੀ, ਔਰ ਦੂਸਰਾ ਜਿਹੜਾ ਹੈਗਾ ਆਏ ਗਏ ਜਿਹੜੇ ਹੈਗੇ ਹਰੇਕ ਦੀ ਜਿਹੜੀ ਅਤਿਥੀ ਦੀ ਮਦਦ ਕਰੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਆਪ ਜੀ ਨਾਲ ਪਹਿਲਾਂ ਵੀ ਵਿਚਾਰ ਕੀਤੀ ਹੈ, ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਅਸੀਂ ਉਹ ਤੇ ਅਹਿਸਾਨ ਨਹੀਂ ਕਰ ਰਹੇ, ਉਲਟਾ ਉਹਨੇ ਸਾਡੇ ਤੇ ਅਹਿਸਾਨ ਕੀਤਾ, ਉਹਨੇ ਸਾਨੂੰ ਮੌਕਾ ਦਿੱਤਾ। ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਪਤਾ ਕਿਹੜੀ ਆ? ਜਦੋਂ ਤੁਸੀਂ ਬਿਨਾਂ ਕਿਸੇ ਸਵਾਰਥ ਦੇ ਕਿਸੇ ਦੀ ਮਦਦ ਕੀਤੀ, ਉਹ ਹੈ ਤੁਹਾਡੀ ਮੇਨ ਚੀਜ਼। ਉਹ ਕਾਫੀ ਪਾਵਰਫੁਲ ਚੀਜ਼ ਹੈ। ਵੈਸੇ ਕਰਨਾ ਵੀ ਔਖਾ ਜੇ। ਜੇਕਰ ਤੁਸੀਂ ਉਹਦੀ ਪਬਲਿਸਿਟੀ ਲੈ ਲਈ, ਫੇਸਬੁੱਕ ਤੇ ਫੋਟੋ ਪਾਤੀ, ਅਖਬਾਰ ਤੇ ਫੋਟੋ ਪਾਤੀ, ਲੋਕਾਂ ਨੂੰ ਦੱਸਤਾ, ਫਿਰ ਤੇ ਮਿੱਟੀ ਹੋ ਗਈ, ਕਿਉਂਕਿ ਉਹਦਾ ਬੈਨੀਫਿਟ ਵੀ ਲੈ ਲਿਆ। ਕਿ ਤੁਹਾਨੂੰ ਚਾਹੀਦਾ ਕਿ ਮੈਨੂੰ ਲੋਕੀ ਜਾਣਨ ਇਹ ਬੰਦਾ ਬਹੁਤ ਦਾਨ ਕਰਦਾ। ਇੱਕ ਅਲੱਗ ਚੀਜ਼ ਹੈ। ਇਹ ਨਹੀਂ ਕਿ ਤੁਸੀਂ ਹੁਣ ਮਕਾਨ ਵੇਚ ਕੇ ਦਾਨ ਕਰ ਦੇਣਾ, ਉਹ ਨਹੀਂ ਮੈਂ ਗੱਲ ਕਰਦਾ। ਜਿੰਨਾ ਵੀ ਤੁਹਾਡਾ ਤੁਸੀਂ ਕਮਾਈ ਕੀਤੀ ਆ, ਕਬੀਰ ਸਾਹਿਬ ਨੇ ਵੀ ਗੱਲ ਨੂੰ ਸਮਝਾਇਆ, ਕਾਲ ਪਤਾ ਨਹੀਂ ਕਿੰਨਾ ਕਿਹਾ ਮੈਨੂੰ ਨਹੀਂ ਪਤਾ, ਕਾਲ ਕਰੇ ਕੁਝ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਮਿਹਨਤ ਕਰੋ। ਫਿਰ ਕੀ ਕਰਨਾ ਹੈ? ਫਿਰ ਕਹਿੰਦਾ ਹੱਥੋਂ ਦੋ। ਕਿਹਨੂੰ ਦੋ? ਜੇਕਰ ਤੁਹਾਨੂੰ ਕੋਈ ਲੋੜਵੰਦ ਮਿਲਦਾ ਹੈ। ਫਿਰ ਕੀ ਹੋਊਗਾ? ਕਹਿੰਦੇ ਇਹੋ ਹੀ ਸੱਚ ਦਾ ਰਾਹ। ਬੜੀ ਵੱਡੀ ਗੱਲ। ਇਹ ਦੇਣਾ ਵੀ ਜ਼ਰੂਰੀ ਆ। ਦੇਖੋ ਦੇਣਾ ਤੇ ਦੇਣਾ ਵਾ ਤੇ ਲੈਣਾ ਲੈਣਾ। ਇਟ ਡਜ਼ਨਟ ਮੈਟਰ ਤੁਸੀਂ ਕਿੰਨਾ ਦਿੱਤਾ, ਇਟ ਡਜ਼ਨਟ ਮੈਟਰ ਤੁਸੀਂ ਕਿੰਨਾ ਲੈਤਾ। ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ। ਜੇਕਰ ਤੁਹਾਡੀ ਮਾਇਆ ਤੇ ਬਹੁਤ ਜ਼ਿਆਦਾ ਪਕੜ ਹੈ, ਇਹ ਦੇਖੋ ਇਹ ਨੁਕਤੇ ਦੀ ਗੱਲ ਹੈ ਜੀ। ਮਨ ਮਾਇਆ ਛੱਡਣ ਨੂੰ ਤਿਆਰ ਨਹੀਂ ਆ, ਫਿਰ ਦਿਆ ਕਰੋ, ਉੱਥੋਂ ਦਾਨ ਕਰੋ। ਹੌਲੀ ਹੌਲੀ ਕਰਕੇ ਉਹ ਪਕੜ ਖਤਮ ਹੋ ਜਾਏ। ਉਦਾਂ ਨਹੀਂ ਜੋ ਖਤਮ ਹੋਣੀ, ਬਿਲਕੁਲ ਨਹੀਂ ਖਤਮ। ਉਹਨੂੰ ਫੁੱਲੀਆਂ ਥੋੜੀਆਂ ਹੀ ਛੱਡੋ, ਥੋੜੀਆਂ ਥੋੜੀਆਂ ਛੱਡੋਗੇ ਨਾ, ਇਹ ਫਿਰ ਆਟੋਮੈਟਿਕਲੀ ਤੁਸੀਂ ਨਿਊਟਰਲ ਹੋ ਜਾਣਾ। ਨਹੀਂ ਤੇ ਪੱਲਾ ਦੱਬੇ ਹੀ ਰਹਿਣਾ। ਨਿੱਜਾ ਸਾਹਿਬ ਬਿਲਕੁਲ ਬਹੁਤ ਵਧੀਆ ਨੁਕਤਾ ਹੈ ਜੀ, ਬਿਲਕੁਲ ਸਹੀ ਹੈ। ਹਾਂ ਦੱਬਿਆ ਰਹੇਗਾ। ਹਾਂਜੀ ਅੱਗੇ ਚੱਲੀ। ਹਾਂ ਅੱਗੇ ਫਰੀਦਾ ਲੋੜ ਹੈ ਦਾਖ ਬਜੂਰੀਆਂ, ਕਿੱਕਰ ਬੀਜੇ ਜੱਟ। ਇਹ ਤਾਂ ਗੁਰਕੀ ਸਾਹਿਬ ਨੇ ਡਿਸਕਸ ਕਰਤਾ ਸੀ ਭਾਈ, ਕਿ ਆਪਾਂ ਵੀ ਇਹ ਕੋਈ ਜੱਟ ਦੀ ਗੱਲ ਨਹੀਂ ਹੈਗੀ ਬਈ ਬਿਜਨੌਰ ਦੀਆਂ ਦਾਖਾਂ ਲੱਭਦਾ ਹੈ, ਬਈ ਬਿਜਨੌਰ ਦੀਆਂ ਦਾਖਾਂ ਲੱਗਣਗੀਆਂ। ਬੇਲ ਲਾਤੀ ਹੈ ਬਿਜਨੌਰ ਦੀਆਂ ਦਾਖਾਂ ਦੀ, ਅਤੇ ਕਿੱਕਰ ਬੀਜ ਰਿਹਾ ਜੱਟ ਨੇ, ਬੀਜੀ ਤਾਂ ਕਿੱਕਰ ਹੈਗੀ ਆ। ਸੋਚਦਾ ਹੈ ਵੀ ਦਾਖਾਂ ਲੱਗਣਗੀਆਂ। ਆਪਣੀ ਗੱਲ ਹੈਗੀ, ਜੱਟ ਦੀ ਗੱਲ ਨਹੀਂ ਹੈਗੀ। ਆਪਾਂ ਇਹੀ ਕੁਛ ਤਾਂ ਆਪਾਂ ਕਰ ਰਹੇ ਹਾਂ। ਦੇਖ ਲਓ ਆਪਣਾ ਆਪਣਾ ਜਿਹੜਾ ਹੈਗਾ ਆਪਾਂ ਕੀ ਬੀਜ ਰਹੇ ਹਾਂ ਭਾਈ। ਜੋ ਬੀਜ ਰਹੇ ਹਾਂ ਮਿਲਣਾ ਤਾਂ ਉਹੀ ਕੁਛ ਹੈਗਾ। ਆਪ ਬਾਣੀ ਸਰਟੀਫਾਈ ਕਰ ਰਹੀ ਹੈ। ਫਰੀਦਾ ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੇ ਜੱਟ, ਹੰਡੇ ਉੱਨ ਕਤਾਏ ਦਾ, ਪੈਂਦਾ ਲੋੜੇ ਪੱਟ। ਕਹਿੰਦੇ ਕੈਸਾ ਇਨਸਾਨ ਬੇਵਕੂਫ ਹੈਗਾ। ਹੰਡੇ ਉੱਨ ਕਤਾਏ ਦਾ, ਸਾਰੀ ਉਮਰ ਕਹਿੰਦਾ ਹੈ ਕਿ ਉੱਨ ਕੱਤ ਦੇ ਜਿਹੜੇ ਹੈਗੇ ਆ ਇਸੇ ਦੇਸੋਂ ਕਪਾਹ ਦੇ ਵਿੱਚ ਜਿਹੜੇ ਆ ਉੱਨ ਦੇ ਵਿੱਚ ਹੀ ਜਿਹੜੀ ਹੈਗੀ ਆ ਗੁਜ਼ਾਰ ਦਿੱਤੀ। ਅਤੇ ਕਹਿੰਦਾ ਮੈਂ ਜਿਹੜਾ ਹੈਗਾ ਪਾਊਂਗਾ ਮੈਂ ਰੇਸ਼ਮ, ਮੈਨੂੰ ਰੇਸ਼ਮ ਮਿਲੂਗਾ। ਜੋ ਬੀਜਿਆ ਹੈ ਆਪਾਂ ਨੂੰ ਉਹੀ ਮਿਲਣਾ ਹੈ। ਹਾਂਜੀ ਵੀਰ। ਹਾਂਜੀ ਸਾਧ ਸੰਗਤ ਜੀ, ਆਪ ਜੀ ਨਾਲ ਪਹਿਲਾਂ ਵਿਚਾਰ ਕੀਤੀ ਆ। ਪਿੱਛੇ ਅਮਰੂਦ ਦਾ ਰੁੱਖ ਲਾਇਆ ਸੀ। ਹਾਂ ਛਾਤੀ ਚੌੜੀ ਕਰਕੇ ਜਾਂਦੇ ਆ, ਜਿੰਦਰਾ ਖੋਲਦੇ ਆ, ਉਸ ਰੁੱਖ ਤੋਂ ਅਸੀਂ ਅਮਰੂਦ ਤੋੜ ਕੇ ਲੈ ਆਉਂਦੇ। ਕੁਛ ਅਮਰੂਦ ਮੈਂ ਛੱਡਤੇ ਉੱਥੇ, ਨਿੱਕੇ ਨਿੱਕੇ ਅਮਰੂਦ, ਉਹ ਤੇ ਨਹੀਂ ਤੋੜ ਸਕਦਾ। ਕੁਛ ਵੱਡੇ ਵੀ ਸੀ, ਉਹ ਜਾਨਵਰ ਨੇ ਖਾਧੇ ਆ। ਕਿਉਂ ਛੱਡੇ? ਕਿਉਂਕਿ ਸਾਰੇ ਮੇਰੇ ਨਹੀਂ ਆ। ਕਿਉਂ? ਉੱਥੇ ਜਾਨਵਰ, ਉੱਥੇ ਕੀਤਾ ਕੋਈ ਤੋਤਾ ਤਾਤਾ ਆਉਂਦਾ ਜਿੰਨਾ ਥੋੜੇ ਥੋੜੇ ਖਾਧੇ ਆ, ਔਰ ਉੱਥੇ ਉਹ ਵੇਖੋ ਉਹਦਾ ਢਿੱਡ ਭਰ ਗਿਆ ਤਾਂ ਚਲ ਗਿਆ। ਸਾਰਾ ਨਹੀਂ ਖਾ ਕੇ ਗਿਆ। ਉਹ ਜਿੰਨੀ ਕੁ ਭੁੱਖ ਖਾ ਜਾਂਦਾ ਅਗਲਾ। ਉੱਥੇ 4-5 ਮੈਂ ਛੱਡ ਕੇ ਆਇਆ ਵਾਂ। ਲਿਆਉਣ ਨੂੰ ਤੇ ਉਹ ਵੀ ਲਿਆ ਸਕਦਾ ਸੀ, ਅੱਧਾ ਵੱਢ ਕੇ ਮੈਂ ਖਾ ਸਕਦਾ ਸੀ। ਉਹਦਾ ਦਿਮਾਗ ਨਹੀਂ ਸੀ ਨਾ ਤੋਤੇ ਦਾ। ਗੋਰਖੀ ਸਾਹਿਬ ਉਹਨੇ ਜਿਹੜਾ ਹੈਗਾ ਫਿਰ ਮਹੀਨੇ ਦਾ ਰਾਸ਼ਨ ਲੈ ਕੇ ਆ ਜਾਣਾ ਸੀ। ਆਪਣੇ ਵਰਗਾ ਦਿਮਾਗ ਹੁੰਦਾ। ਇਸੇ ਕਰਕੇ
ਦੇਖੋ ਜੀਵਨ ਇਹੋ ਹੀ ਆ, ਇਕੱਠਾ ਕਰ ਲਓ, ਜੱਬ ਪਾ ਲਓ, ਬਹੁਤ ਮੁਸ਼ਕਲ ਹੋ ਜਾਏਗੀ, ਫਿਰ ਆਤਮਾ ਬਹੁਤ ਕਮਜ਼ੋਰ ਹੋ ਜਾਏਗੀ। ਤੁਸੀਂ ਜਿੰਨੀ ਪਕੜ ਕਰ ਲਈ ਨਾ, ਉਹਨਾਂ ਤੋਂ ਹੀ ਔਖੇ ਹੋ ਜਾਣਾ, ਬਹੁਤ ਔਖਾ। ਫਿਰ ਤੁਸੀਂ ਸੰਸਾਰ ਤੋਂ ਜਾਓਗੇ ਨਾ, ਜਾਣਾ ਹੀ ਬੜਾ ਔਖਾ, ਕਿਉਂਕਿ ਕਾਫੀ ਕੁਝ ਇਕੱਠਾ ਕੀਤਾ ਸੀ, ਉਹਨੂੰ ਛੱਡਣਾ ਬੜਾ ਔਖਾ। ਦੇਖੋ ਚੀਜ਼ ਤੁਸੀਂ ਘੁੱਟ ਕੇ ਫੜੀ, ਉਹ ਛੁੱਟ ਗਈ ਤੁਹਾਡੇ ਤੋਂ, ਕਿੱਥੋਂ ਛੁੱਟਣੀ? ਇਸੇ ਲਈ ਕਹਿੰਦੇ ਆ ਕਿ ਜੀਵਨ ਜਿਹੜਾ ਸੰਨਿਆਸੀਆਂ ਵਾਂਗੂ ਬਤੀਤ ਕਰੋ, ਨਾਲੋਂ ਨਾਲ ਹੀ ਛੱਡਦੇ ਜਾਓ, ਇਹਨੂੰ ਫੜੋ ਨਾ। ਜ਼ਿਆਦਾ ਫੜੋਗੇ ਤਾਂ ਬਹੁਤ ਮੁਸ਼ਕਲ ਹੋ ਜਾਏ, ਫਿਰ ਤੁਸੀਂ ਤੁਹਾਡਾ ਧਿਆਨ ਹੀ ਉੱਥੇ ਰਹਿਣਾ। ਪ੍ਰਾਣ ਤੇ ਕਹਿੰਦੇ ਕਿ ਏਦਾਂ ਨਿਕਲਣੇ ਚਾਹੀਦੇ, ਪਤਾ ਨਾ ਲੱਗੇ। ਜਿੱਦਾਂ ਨਾਰੀਅਲ ਦੀ ਗਿਰੀ ਪੱਕੀ ਹੈ ਨਾ, ਉਹ ਪਹਿਲਾਂ ਹੀ ਲੱਗ ਹੋ ਗਈ ਆ। ਕਬੀਰ ਸਾਹਿਬ ਵੀ ਉਸੇ ਗੱਲ ਨੂੰ ਕਹਿੰਦੇ ਨੇ, ਕਹਿੰਦਾ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਲੋਕ ਡਰਦੇ ਨੇ, ਮੈਂ ਆਲਰੇਡੀ ਉਹ ਕੰਮ ਕਰ ਚੁੱਕਿਆ, ਛੱਡਤਾ ਹੈ ਸਭ ਕੁਛ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੋ ਗਿਆ। ਫਰੀਦ ਜੀ ਗੋਰਕੀ ਸਾਹਿਬ, ਫਰੀਦ ਜੀ ਇਹੀ ਗੱਲ ਅਗਲੇ ਸ਼ਲੋਕ ਚ ਕਹਿ ਰਿਹਾ, ਕਹਿੰਦੇ ਪਕੜ ਢਿੱਲੀ ਕਰ, ਨਹੀਂ ਤਾਂ ਇਹਨੇ ਤੈਨੂੰ ਫੜ ਲੈਣਾ ਹੈ, ਉਹ ਕੰਬਲੀ ਨੇ ਫੜ ਲੈਣਾ ਹੈ। ਉਹ ਕਹਿੰਦਾ ਜੀ ਛੱਡ ਦੇ ਇਹਨੂੰ, ਕੰਬਲੀ ਨੂੰ। ਨਿੱਜਰ ਸਾਹਿਬ ਜਦੋਂ ਸੰਸਾਰ ਤੋਂ ਜਾਣਾ ਵਾ, ਉਹ ਚਿੱਤ ਨੂੰ ਖਾਲੀ ਕਰਨਾ ਜ਼ਰੂਰੀ ਹੈ। ਨਹੀਂ ਕਰੋਗੇ ਤੇ ਉਹ ਨਾਲ ਚੱਲ ਜਾਣਾ ਤੁਹਾਡੇ। ਬਿਲਕੁਲ ਸਹੀ ਹੈ। ਤੇ ਚਿੱਤ ਫਿਰ ਖਾਲੀ ਕਿੱਦਾਂ ਹੋਊਗਾ? ਉਹਨੂੰ ਹੋਰ ਇੱਕ ਮੁੜ ਤੋਂ ਹੀ ਸ਼ੁਰੂ ਕਰੋਗੇ ਤੇ ਫਿਰ ਜਾ ਕੇ ਉੱਥੇ ਗੱਲ ਪਹੁੰਚਣੀ ਹੈ। ਕੰਮ ਜ਼ਿਆਦਾ ਧੂੜ ਮਿੱਟੀ ਥੋੜੀ ਆ, ਹੁਣ ਸਾਫ਼ ਕਰੋ, ਹੌਲੀ ਹੌਲੀ ਆਪੇ ਸਫਾਈ ਹੋ ਜਾਣੀ। ਬਾਕੀ ਪ੍ਰਕਿਰਤੀ ਤੇ ਕਹਿੰਦੀ ਆ ਤੂੰ ਰੁੱਖ ਲਾ ਦੇ। ਦੇਖੋ ਆਪ ਪਲੀਜ਼, ਫਿਰ ਮੈਂ ਅੱਜ ਫੇਰ ਗੱਲ ਸਮਝਾਉਣਾ ਤੁਹਾਨੂੰ। ਉਸ ਸਾਡਾ ਹੱਥ ਹੀ ਖੜਾ ਕਰਨਾ ਬਣਦਾ ਹੈ, ਉਸ ਤੋਂ ਬਾਅਦ ਕੁਛ ਨਹੀਂ ਕਰਨ ਦੀ ਲੋੜ। ਰੁੱਖ ਬੀਜ ਤੋਂ ਧਰਤੀ ਚ ਕੰਮ ਸ਼ੁਰੂ। ਪ੍ਰਕਿਰਤੀ ਕੀ ਕਹਿੰਦੀ ਆ, ਹੱਥ ਖੜਾ ਕਰ ਦੇ, ਪਰ ਹਜੇ ਤੇਰਾ ਹੱਥ ਤੇ ਜੋ ਫੁੱਲੀਆਂ ਚ, ਤੇ ਮੈਂ ਹੁਣ ਕੀ ਕਰਾਂ? ਤੂੰ ਖੜਾ ਤੇ ਨਹੀਂ ਨਾ ਕੀਤਾ, ਫਿਰ ਮੇਰਾ ਇੱਕ ਨਕਲੀ ਜਿਹਾ ਹੱਥ ਖੜਾ ਕਰਦਾ, ਫਿਰ ਫੁੱਲੀਆਂ ਚ, ਬਿਲਕੁਲ, ਫਿਰ ਮਾੜਾ ਜਿਹਾ ਕਰਦਾ, ਫਿਰ ਫੁੱਲੀਆਂ ਚ। ਉਹ ਕਹਿੰਦੇ ਕਿ ਇਹ ਤੇ ਨਾ ਗੱਲ ਬਣਨੀ, ਕਿਉਂਕਿ ਤੇਰਾ ਹਜੇ ਧਿਆਨ ਹੀ ਉਧਰ ਆ। ਮੈਂ ਤੇਰੀ ਕਿੱਥੋਂ ਮਦਦ ਕਰਾਂ? ਹੁਣ ਤੁਹਾਡੀ ਕੋਈ ਮਦਦ, ਤੁਹਾਡੇ ਕੋਲ ਆਵੇ ਕੋਈ ਬੰਦਾ, ਤੁਹਾਨੂੰ ਕਹੋ ਜੀ ਮੇਰੀ ਮਦਦ ਕਰੋ, ਹਜੇ ਉਹਨੇ ਵੇਲੇ ਨੇ ਕੱਪੜੇ ਹੀ ਪਾਏ, ਹੁਣ ਤੁਸੀਂ ਫਿਰ ਬਾਹਰ ਚੱਲ ਜਾਓ। ਨਿੱਜਰ ਸਾਹਿਬ, ਫਿਰ 3 ਦਿਨਾਂ ਬਾਅਦ ਆਓ ਮੇਰੀ ਮਦਦ ਕਰੋ, ਹਜੇ ਉਹ ਕੱਪੜੇ ਪਾਉਣੇ ਲੱਗੇ, ਤੁਸੀਂ ਫਿਰ ਭੱਜ ਜਾਓ। ਇਹੋ ਹਿਸਾਬ ਸਾਡਾ। ਪ੍ਰਕਿਰਤੀ ਸਾਡੀ ਉਹਨਾਂ ਚਿਰ ਮਦਦ ਨਹੀਂ ਕਰ ਸਕਦੀ ਜਿੰਨਾ ਚਿਰ ਤੱਕ ਆਪਾਂ ਕੰਪਲੀਟਲੀ ਸਰੈਂਡਰ ਨਹੀਂ ਕਰਦੇ। ਇਸੇ ਕਰਕੇ ਆਪ ਜੀ ਨੂੰ ਕਿਹਾ ਵਾ ਕਿ ਪਹਿਲਾਂ ਡੰਡੌਤ ਬੰਦਨਾ ਕਰੋ, ਡੰਡੌਤ ਕਰੋ, ਇੱਕੋ ਵਾਰੀ ਅਰਦਾਸ ਕਰਨ ਦੀ ਲੋੜ ਹੈ। ਬ੍ਰਹਮ ਨੂੰ ਕਹਿ ਦਿਓ ਕਿ ਬਸ ਆਈ ਐਮ ਰੈਡੀ ਟੂ ਗੋ। ਮਨ ਨੂੰ ਕਲੀਅਰ ਤੇ ਕਰੀਏ ਨਾ। ਦੇਖੀਏ, ਜਦ ਤੱਕ ਤੁਸੀਂ ਇਹ ਨਹੀਂ ਕਰਦੇ ਨਾ ਤੇ ਗੱਲ ਨਹੀਂ ਜੋ ਬਣਨੀ। ਔਰ ਜਿੱਦਾਂ ਤੁਸੀਂ ਅਰਦਾਸ ਕਰਤੀ, ਬਸ ਖਤਮ ਗਈ। ਬਿਰਥੀ ਨਾ ਜਾਏ ਜਨ ਕੀ ਅਰਦਾਸ, ਬਾਣੀ ਕੀ ਕਹਿੰਦੀ ਹੈ? ਬਿਲਕੁਲ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹਾਂ, ਫਿਰ ਨਹੀਂ ਜੋ ਅਰਦਾਸ ਜਾਣੀ ਬਿਰਥੀ। ਕਿਉਂ? ਮੰਗ ਲਿਆ ਤੁਸੀਂ ਮਹਿੰਗੀ ਚੀਜ਼, ਉਹ ਕਹਿੰਦੇ ਇਹਦੇ ਸ਼ੁਕਰ ਤੂੰ ਮੰਗਿਆ, ਬਸ ਹੋ ਗਿਆ ਕੰਮ ਕਲੀਅਰ। ਔਰ ਜਦੋਂ ਆਪਾਂ ਮੰਗ ਲੈਂਦੇ ਹਾਂ ਤਾਂ ਉਹ ਹੋ ਜਾਂਦੀ ਪੂਰੀ ਡਿਮਾਂਡ ਐਂਡ ਸਪਲਾਈ। ਉਸ ਤੋਂ ਬਾਅਦ ਫਿਰ ਪ੍ਰਕਿਰਤੀ ਆਪੇ ਕੰਮ ਕਰ ਦਿੰਦੀ ਉਹ ਤੇ। ਪਰ ਉਹਦਾ ਬੀਜਣਾ ਕਿ ਨਹੀਂ ਬੀਜਣਾ ਇਹ ਤੁਹਾਡੀ ਮਰਜ਼ੀ ਹੈ। ਔਰ ਬੀਜਣਾ ਪਤਾ ਕੀ ਜੇ? ਤੁਹਾਡਾ ਮਨ ਹੈ। ਉੱਥੇ ਮਨ ਦੇ ਵਿੱਚੋਂ ਹੀ ਰੱਬ ਪੈਦਾ ਹੋਣਾ, ਮਨ ਦੇ ਅੰਦਰ ਹੈ ਉਹ ਚੇਤਨਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮਹਿੰਗੀ ਚੀਜ਼ ਮੰਗਦੇ ਹੋ, ਬਹੁਤ ਮਹਿੰਗੀ ਚੀਜ਼ ਮੰਗਦੇ। ਤੁਹਾਡਾ ਸਰੀਰ ਤੇ ਮੰਗਦੇ ਹੀ ਨਹੀਂ। ਆਪਾਂ ਬਸ ਸਰੀਰ ਲੈ ਕੇ ਤੁਰ ਪੈਂਦੇ ਆ, ਸਰੀਰ ਨਹੀਂ ਮੰਗਦੇ। ਉਹ ਮਨ ਲਿਆ ਇੱਥੇ। ਅਸ਼ਟਾਵਕਰ ਨੂੰ ਨਹੀਂ ਕੀਤਾ ਸੀ ਉਹਨੇ। ਅਸ਼ਟਾਵਕਰ ਕਹਿੰਦਾ ਰਾਜਾ ਜਨਕ ਮੈਨੂੰ ਗਿਆਨ ਕਰਾਓ ਰਕਾਬ ਚ ਪੈਰ ਰੱਖਣ ਤੋਂ ਪਹਿਲਾਂ। ਉਹ ਕਹਿੰਦਾ ਦੇ ਦੇ, ਕਹਿੰਦਾ ਸਰੀਰ, ਕਹਿੰਦਾ ਨਹੀਂ ਸਰੀਰ ਤੇਰਾ ਹੈ ਨਹੀਂ, ਕਹਿੰਦਾ ਫਿਰ ਮਨ ਹੈਗਾ ਹੀ ਲੈ ਲਾ। ਮਨ ਮੰਗਦੇ ਹੋ, ਪਰ ਮਨ ਤੇ ਬਸ ਮਨ ਦਿੱਤਾ ਤੇ ਡਿਮਾਂਡ ਪੂਰੀ ਹੋ ਗਈ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਅੱਗੇ ਜਿਹੜੇ ਹੈਗੇ ਸੇਮ ਗੱਲ ਫਰੀਦ ਜੀ ਕਹਿ ਰਹੇ ਆ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਓ, ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨਿਓ। ਹੁਣ ਕੰਬਲੀ ਜਿਹੜੀ ਹੈਗੀ ਦੇਖ ਲਓ ਛੱਡਦੀ ਨਹੀਂ ਆ ਭਾਈ, ਉਹੀ ਕੰਬਲੀ ਫੜੀ ਹੋਈ ਆ, ਕਹਿੰਦੇ ਭਿੱਜਦੀ ਆ ਬਸ। ਤੇ ਚਿੱਕੜ ਪਿਆ ਹੋਇਆ ਮੋਹ ਦਾ ਚਿੱਕੜ ਹੈਗਾ, ਫਸੇ ਪਏ ਆ ਆਪਾਂ।
ਗਲੀਏ ਚਿੱਕੜ ਦੂਰ ਕਰ, ਔਰ ਘਰ ਦੂਰ ਹੈ ਕਹਿੰਦੇ, ਔਰ ਪਿਆਰੇ ਦੇ ਨਾਲ ਪਰਮਾਤਮਾ ਦੇ ਨਾਲ ਪਿਆਰ ਹੈਗਾ। ਜੇ ਤੇਰੇ ਅੰਦਰ ਪਿਆਰ ਹੈਗਾ ਤੇ ਫੁੱਲੀਆਂ ਛੱਡ, ਚਿੱਕੜ ਨੂੰ ਛੱਡ, ਇਹਦੇ ਵਿੱਚੋਂ ਜਿਹੜਾ ਹੈਗਾ ਜੋ ਵੀ ਤੇਰਾ ਮੋਹ ਹੈਗਾ ਜਿੱਤੇ ਜਿੱਤੇ, ਇਹ ਕੰਬਲੀ ਜਿਹੜੀ ਹੈਗੀ ਭਿੱਜੇ ਤਾਂ ਚਾਹੇ ਜੋ ਮਰਜ਼ੀ ਹੁੰਦਾ ਰਹੇ, ਛੱਡ ਦੇ, ਡਰਾਪ ਕਰ ਦੇ ਸਾਰਾ ਕੁਛ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਹੋ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨਿਹੋ। ਕਹਿੰਦੇ ਮੈਂ ਜੇ ਨਾ ਜਾਵਾਂ ਤੇ ਮੇਰਾ ਪਿਆਰ ਹੀ ਟੁੱਟ ਜਾਂਦਾ ਮਾਲਕ ਪਰਮਾਤਮਾ ਦੇ। ਮੈਂ ਨਾ ਧਿਆਨ ਸਿਮਰਨ ਨਾ ਕਰਾਂ, ਮੈਂ ਵਿਚਾਰ ਨਾ ਛੱਡਾਂ, ਮੈਂ ਦੁਨੀਆ ਦੇ ਪਦਾਰਥ, ਦੁਨੀਆ ਦੀਆਂ ਕਿੱਛਾਂ ਨੂੰ ਨਾ ਛੱਡਾਂ, ਤੇ ਮਾਲਕ ਵੱਲ ਨੂੰ ਤਾਂ ਯਾਤਰਾ ਹੁੰਦੀ ਨਹੀਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਹੋ, ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨਿਹੋ। ਆਪਸ਼ਨ 2 ਹੈਗੇ। ਸਹੀ ਹੈ। ਉਹ ਕਹਿੰਦੇ ਆ ਕਿ ਪਹਿਲੀ ਗੱਲ ਤੇ ਰਾਹ ਵਿੱਚ ਚਿੱਕੜ ਬੜਾ, ਹਾਂ, ਕੱਪੜੇ ਗੰਦੇ ਹੋ ਜਾਣੇ ਮੇਰੇ। ਪਰ ਦੂਜੀ ਤਰਫ ਕਹਿੰਦੇ ਆ ਕਿ ਨਹੀਂ ਮੈਂ ਜਾਂਦਾ, ਤੇ ਅਗਲੇ ਬੰਨੇ ਉਹ ਇਮਤਿਹਾਨ ਦੀ ਘੜੀ ਹੈ, ਪੰਗਾ ਤੇ ਆ। ਹਾਂ, ਅਗਲੇ ਸ਼ਲੋਕ 'ਚ ਉਹ ਕਲੀਅਰ ਕਰ ਦਿੰਦੇ, ਕਹਿੰਦੇ ਕੱਪੜੇ ਕੁੱਪੜੇ ਦੀ ਐਸੀ ਤੈਸੀ, ਕਹਿੰਦੇ ਤੁਰ ਭੱਜ ਲਾ। ਪੰਗਾ ਤੇ ਆ ਨਾ ਕਿ ਉਹ ਕਹਿੰਦੇ ਪੰਡ ਚੁੱਕਣੀ ਆ, ਪੰਡ ਚੁੱਕਣੀ ਚੁਕਾਉਣੀ ਆ, ਤੇ ਉਹ ਕਹਿੰਦੇ ਚੁਕਾਉਣੀ ਤੇ ਪੈਣੀ, ਜ਼ੋਰ ਲਾਉਣਾ ਪੈਣਾ, ਮੁੜ ਕੇ ਝੁਕਣਾ ਵੀ ਪੈਣਾ। ਕਿਸੇ ਦਾ ਕੰਮ ਕਰੋਗੇ, ਕਿਸੇ ਦੀ ਮਦਦ ਕਰੋਗੇ, ਤੇ ਸੱਜਣਾ ਤੈਨੂੰ ਆਪਣਾ ਤੇ ਵਿਗਾੜਨਾ ਹੀ ਪੈਣਾ ਨਾ। ਇਹ ਤੇ ਨਹੀਂ ਹੋਊਗਾ ਕਿ ਤੇਰਾ ਵੀ ਸੌਰ ਜੇ ਤੇ ਉਹਦਾ ਵੀ ਸੌਰ ਜੇ। ਕਈ ਵਾਰੀ ਮੈਂ ਵੇਖਣਾ ਬੜਾ ਧਰਮ ਸੰਕਟ ਪੈਦਾ ਹੋ ਜਾਂਦਾ, ਜਾਂ ਤੇ ਮੈਨੂੰ ਆਪਣਾ ਕੰਮ ਕਰਨਾ ਪਊਗਾ ਜਾਂ ਅਗਲੇ ਦਾ ਕਰਨਾ ਪਊਗਾ। ਦੋਨੋਂ ਇੱਕੋ ਟਾਈਮ ਤੇ ਕੰਮ ਨਹੀਂ ਜੋ ਹੋਣੇ। ਰੁਪਈਆ ਤੁਹਾਡੇ ਕੋਲ 500 ਆ, ਤੁਹਾਨੂੰ ਵੀ ਲੋੜ ਆ, ਅਗਲੇ ਬੰਨੇ ਬੰਦਾ ਫਸਿਆ ਵਾ, ਉਹਦੇ ਵੀ ਜੀਵਨ ਦੀ ਕੋਈ ਐਸੀ ਸਮੱਸਿਆ ਆ ਗਈ ਆ, ਜਾਂ ਤੁਸੀਂ ਵਰਤ ਲਓ ਤੇ ਜਾਨ ਨੂੰ ਦੇ ਦਿਓ। ਇਹ ਜਿਹੜਾ ਬੜਾ ਕ੍ਰਿਟੀਕਲ ਟਾਈਮ ਆ, ਉਹ ਤੁਹਾਡੀ ਜ਼ਿੰਦਗੀ 'ਚ ਅਕਸਰ ਆਉਂਦਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਦੋਂ ਮਹਿੰਗੀ ਵਸਤੂ ਮਿਲੇ ਤੇ ਖਰੀਦ ਲਈਦੀ ਹੈ। ਠੀਕ ਹੈ, ਸਸਤੀ ਹੋ 500 ਚ ਮਾੜੀ ਨਹੀਂ ਜੇ, ਕਿਉਂਕਿ ਉਹ ਪਰਮਾਤਮਾ ਵੇਂਦਾ ਪਿਆ ਤੁਹਾਡੇ ਵੱਲ ਕੀ ਕਰਦਾ ਹੈ। ਆਪ ਜਸਟ ਸੋਚੋ ਜੋ ਸਾਨੂੰ ਮਿਲਿਆ ਹੈ। ਮੈਂ ਤੁਹਾਡੀ ਨੀ ਮੈਂ ਗੱਲ ਕਰਦਾ, ਮੈਂ ਆਪਣੀ ਗੱਲ ਕਰਦਾ। ਮੈਨੂੰ ਜਿੰਨਾ ਵੀ ਕੋਈ ਮਿਲਿਆ ਮੇਰੀ ਦੁੱਖੀ ਦੀ ਪਾਤਰਤਾ ਨਹੀਂ ਹੈਗੀ। ਮੈਨੂੰ ਜੇ ਤੁਸੀਂ ਇੱਥੇ ਨੌਕਰੀ ਤੇ ਭੇਜੋਗੇ ਤੇ ਮੈਨੂੰ 5-6 ਹਜ਼ਾਰ ਤੋਂ ਵੱਧ ਤਨਖਾਹ ਨਹੀਂ ਮਿਲਣੀ। ਹੁਣ ਉਹ ਜਿਹੜਾ ਇੰਨਾ ਮਿਲਿਆ ਵਾ ਉਹ ਕੀ ਮੇਰਾ ਇਕੱਲੇ ਦਾ ਵਾ? ਇਹ ਚੀਜ਼ ਬੜੀ ਤਗੜੀ ਹੈ। ਇਸ ਕਰਕੇ ਸੱਚ ਨੂੰ ਖਰੀਦਣਾ ਪੈਣਾ ਹੈ ਤੁਹਾਨੂੰ। ਔਰ ਸੱਚ ਨੂੰ ਕਿੱਥੋਂ ਖਰੀਦੋਗੇ? ਆਪਣੇ ਕਰਮਾਂ ਦੇ ਰਾਹੀਂ। ਕਿਸੇ ਦੇ ਕੰਮ ਆਓ, ਫਿਰ ਕੀ ਹੋਊਗਾ? ਫਿਰ ਸਾਰੀ ਜਿਹੜੀ ਪੋਜ਼ਿਟਿਵ ਐਨਰਜੀ ਤੁਹਾਡੇ ਵੱਲ ਟਰੈਵਲ ਕਰੂਗੀ, ਤੁਹਾਨੂੰ ਸਪੋਰਟ ਕਰੂਗੀ। ਕਿਉਂ? ਕਿਉਂਕਿ ਤੁਸੀਂ ਪ੍ਰਕਿਰਤੀ ਦਾ ਕੰਮ ਕਰ ਰਹੇ ਹੋ। ਕਿਉਂਕਿ ਪ੍ਰਕਿਰਤੀ ਤੇ ਕਰ ਰਹੀ ਆ, ਉਹ ਤੇ ਚੋਰਾਂ ਠੱਗਾਂ ਨੂੰ ਦੇ ਰਹੀ ਆ। ਜਿਨ੍ਹਾਂ ਦਾ ਜੀਵਨ ਹੀ ਏਦਾਂ ਦਾ ਵਾ, ਇੱਕਦਮ ਮਲੀਨਤਾ ਨਾਲ ਭਰਿਆ, ਉਹਨੂੰ ਵੀ ਦੇ ਰਹੀ ਹੈ। ਤੇ ਜਦੋਂ ਤੁਸੀਂ ਉਹ ਕੰਮ ਕਰੋਗੇ, ਪ੍ਰਕਿਰਤੀ ਦਾ ਥੋੜੀ ਬਹੁਤੀ ਮਦਦ ਕਰੋਗੇ, ਪ੍ਰਕਿਰਤੀ ਬਹੁਤ ਖੁਸ਼ ਹੁੰਦੀ। ਤੇ ਉਹ ਬਸ ਇਹੋ ਹੀ ਆ, ਖੂਹ ਚ ਪਾਣੀ ਕੱਢੀ ਜੋ, ਫਿਰ ਪਾਣੀ ਤੁਰਿਆ ਆਉਂਦਾ ਨਿੱਜਰ ਸਾਹਿਬ ਥੱਲੋਂ। ਬਿਲਕੁਲ ਤੁਰਿਆ ਆਉਂਦਾ, ਬਿਲਕੁਲ ਤੁਰਿਆ ਆਉਂਦਾ। ਹਾਂ, ਜੇ ਠੱਗੀਆਂ ਮਾਰਿਆ ਕੋਈ ਗਰੀਬ ਹੋ ਜੇ ਤੇ ਫਿਰ ਤੇ ਦੁਨੀਆ ਕੰਗਾਲਾ ਨਾ ਭਰ ਜੇ। ਔਰ ਪਾਣੀ ਇੱਕ ਬੰਦੇ ਆ ਖੂਹ ਦੇ ਵਿੱਚ ਗੋਰਖੀ ਸਾਹਿਬ ਦੇਖੋ, ਪਾਣੀ ਇੱਕ ਲੈਵਲ ਤੇ ਆ ਕੇ ਰੁਕ ਜਾਂਦਾ, ਬੈਲੈਂਸ ਹੋ ਜਾਂਦਾ ਹੈ। ਜੇ ਕੱਢਾਂਗੇ ਫਿਰ ਉੱਥੇ ਉਸੇ ਲੈਵਲ ਤੇ ਫਿਰ ਆ ਜਾਊਗਾ, ਨਹੀਂ ਤਾਂ ਉੱਥੇ ਹੀ ਰਹਿਣਾ ਉਹਨੇ। ਹਾਂ ਨਿੱਜਰ ਸਾਹਿਬ, ਫਿਰ ਤੇ ਖੂਹ ਖਾਲੀ ਹੋ ਜਾਣਾ। ਹਾਂ, ਨਹੀਂ ਉਹ ਨਹੀਂ ਖਾਲੀ ਹੋਣੇ। ਹਾਂਜੀ, ਅੱਗੇ ਉਹ ਕਹਿੰਦੇ ਆ ਕਿ ਬਈ ਕੰਬਲੀ ਲਿਬੜਦੀ ਤੇ ਲਿਬੜ ਜਾਂਦੇ। ਜੇ ਮੈਂ ਨਹੀਂ ਜਾਂਦਾ ਤੇ ਉਹ ਕੰਬਲੀ ਦੇ ਕਰਕੇ ਮੇਰਾ ਜਿਹੜਾ ਪ੍ਰੀਤਮ ਆ, ਕਹਿਣ ਤੋਂ ਭਾਵ ਹੈ ਕਿ ਨੁਕਸਾਨ ਹੋਣਾ ਵਾ। ਕੰਬਲੀ ਦਾ ਮਤਲਬ ਕਿ ਡੈਮੇਜ ਹੋ ਰਿਹਾ ਵਾ। 500-700 ਪੱਲੋਂ ਚੱਲ ਜਾਣਾ ਵਾ। ਕਿਸੇ ਦੀ ਮਦਦ ਕਰਨ ਲੱਗਿਆ 1000 ਵੀ ਜਾ ਸਕਦਾ, 5000 ਵੀ ਜਾ ਸਕਦਾ। ਪਰ ਕਹਿੰਦੇ ਨਹੀਂ, ਇੱਥੇ ਪਿੱਠ ਨਹੀਂ ਮੈਂ ਵਿਖਾਉਣੀ, ਕਿਉਂਕਿ ਉੱਥੇ ਮੇਰੇ ਕੋਲ ਹੈਗਾ ਵਾ। ਪੰਗਾ ਤੇ ਹੈ ਨਾ ਹੋਵੇ ਤੇ ਗੱਲ ਵੱਖਰੀ ਹੈਗਾ ਮੇਰੇ ਕੋਲ। ਉਹ ਤਾਂ ਕਹਿੰਦੇ ਲੈ ਜਾ। ਇੱਥੇ ਸੌਦਾ ਤੇ ਮਹਿੰਗਾ ਜੇ, ਮੈਂ ਕਹਾਂ ਸਸਤਾ ਤੇ ਹੈ ਨਹੀਂ। ਬਾਣੀ ਵੀ ਕਹਿੰਦੀ ਹੈ, ਸ਼ੁਰੂ ਤੋਂ ਹੀ ਬਾਣੀ ਕਲੀਅਰ ਕਰਦੀ ਆ, ਸਿਰ ਦੀਜੀਏ ਤੇ ਕਾਨ ਨਾ ਕੀਜੀਏ। ਇਹ ਕੋਈ ਏਦਾਂ ਦਾ ਸੌਦਾ ਵਾ, ਇੱਥੇ ਤੂੰ ਸਿਰ ਦੇ ਕੇ ਮੁੜ ਕੇ ਰੌਲਾ ਵੀ ਨਹੀਂ ਪਾ ਸਕਦਾ ਕਿ ਮੈਂ ਕੀਤਾ, ਕਲੇਮ ਨਹੀਂ ਕਰ ਸਕਦਾ, ਕਿਉਂਕਿ ਮਹਿੰਗੀ ਗੱਲ ਬਾਤ ਹੈ। ਉੱਥੇ ਰੱਬ ਅਗਲੇ ਵੇਲੇ ਮਿਲਣਾ। 500-700 ਹਜ਼ਾਰ ਨਾ ਵੇਖੋ,
ਬੜੀ ਵੱਡੀ ਗੇਮ। ਹੋਰ ਤਾਂ ਪਰਮਾਤਮਾ ਨੂੰ ਕਿੱਦਾਂ ਆਪਾਂ ਪ੍ਰਭਾਵਿਤ ਕਰ ਸਕਦੇ ਹਾਂ? ਇਹੋ ਹੀ ਕਰਮ ਨੇ। ਅੱਜ ਜੇ ਤੁਸੀਂ ਸੰਗਤ ਕਰ ਰਹੇ ਜੋ, ਇਹਦਾ ਮਤਲਬ ਤੁਸੀਂ ਕੁਝ ਕੀਤਾ ਵਾ, ਤੁਹਾਡੀ ਪਾਤਰਤਾ ਉਹਦੇ ਪਿੱਛੇ। ਜੇ ਨਹੀਂ ਕੀਤੀ ਤੁਸੀਂ ਬਾਹਰ ਹੋ ਜਾਓਗੇ। ਮਤਲਬ ਵੀ ਕੋਈ ਨਹੀਂ ਇੱਥੇ ਰੁਕਣ ਦਾ। ਤੁਸੀਂ 2-4 ਦਿਨ, ਮਹੀਨੇ ਚ, ਸਾਲ ਚ ਵੀ ਆਊਟ। ਇੱਥੇ ਜੋ ਵੀ ਬਹੂਗਾ ਉਹਦੇ ਪੱਲੇ ਆ ਕੁਛ। ਇੱਕ ਇੱਕ ਅੱਖਰਾਂ ਦੀ ਬੂੰਦ ਜਿਹੜੀ ਪੈ ਰਹੀ ਹੈ ਤੁਹਾਡੇ ਅੰਦਰ ਮਲੀਨਤਾ ਨੂੰ ਖਤਮ ਕਰ ਰਹੀ ਹੈ। ਹੁਣ ਇੱਥੇ ਮੈਲ ਲੈਂਦੀ ਹੋਵੇ ਤੇ ਮੇਰੇ ਵਰਗਾ ਕਵੇ ਨਹੀਂ ਜੀ ਮੈਲ ਨੂੰ ਮੈਂ ਛੱਡਣਾ ਹੀ ਨਹੀਂ, ਫਿਰ ਥੋੜੀ ਗੱਲ ਬਣਦੀ ਨਿੱਜਰ ਸਾਹਿਬ। ਸਾਬਣ ਦਾ ਤੇ ਪਾਣੀ ਦਾ ਮਿਲਣਾ ਸਾਡੇ ਸਰੀਰ ਦੇ ਵਿੱਚ ਆਟੋਮੈਟਿਕਲੀ ਮਲੀਨਤਾ ਨੂੰ ਦੂਰ ਕਰਨਾ। ਹਾਂ, ਸੰਗਤ ਏਦਾਂ ਕਰਦੀ, ਥੋੜਾ ਝਾਵਾਂ ਝੂਆਂ ਫੇਰ ਦਿੰਦੀ ਹੈ ਜਿੱਥੋਂ ਮੈਲ ਨਹੀਂ ਲੈਂਦੀ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਇਹ ਅਗਲਾ ਇੱਕ ਸ਼ਲੋਕ ਹੈਗਾ, ਪਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇ। ਕਹਿੰਦੇ ਮਾਲਕਾ ਤੂੰ ਜਿੰਨਾ ਮਰਜੀ ਰੱਬ ਕਰੇ ਜਿੰਨਾ ਮਰਜੀ ਮੀਂਹ ਪੈਂਦਾ ਰਹੇ, ਤੇਰੀ ਮੇਰੀ ਕੰਬਲੀ ਵੀ ਭਿੱਜ ਜਾਏ, ਸਿੱਜ ਜਾਏ, ਜੋ ਮਰਜੀ ਹੋ ਜਾਏ। ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾ ਹੀ ਨੇਹ। ਕਹਿੰਦੇ ਮੈਂ ਤਾਂ ਮਾਲਕ ਨੂੰ ਮਿਲਾਂ ਜਾ ਕੇ, ਮੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ ਭਾਵੇਂ ਜੋ ਮਰਜੀ ਹੋ ਜਾਏ। ਅੱਜ ਕਹਿੰਦੇ ਜੇ ਮੇਰੇ ਪੈਰ ਜਿਹੜੇ ਹੈਗੇ ਤੁਰਨੋਂ ਰਹਿ ਜਾਣ, ਤੇ 5ਵੀਂ ਪਾਤਸ਼ਾਹੀ ਦਾ ਇੱਕ ਸ਼ਲੋਕ ਸੀਗਾ, ਕਹਿੰਦੇ ਮੈਂ ਸਿਰ ਦੇ ਭਾਰ ਤੁਰ ਕੇ ਜਾਵਾਂ, ਸਿਰ ਦੇ ਭਾਰ ਤੁਰਾਂ, ਸਿਰ ਨੂੰ ਜਿਹੜਾ ਹੈਗਾ ਘਸੀਟ ਕੇ ਸਿਰ ਦੇ ਭਾਰ ਤੁਰਾਂ, ਜੇ ਮੇਰੇ ਪੈਰ ਵੀ ਰਹਿ ਜਾਣ ਤਾਂ। ਹਾਂਜੀ ਵੀਰ ਜੀ, ਵੇਖ ਲਓ। ਉਹ ਕਹਿੰਦੇ ਆ ਕਿ ਜਿੱਥੇ ਮੇਰੀ ਲੋੜ ਪਈ ਹੈ, ਜੋ ਮਰਜ਼ੀ ਹੋ ਜਾਏ, ਮੈਂ ਨਹੀਂ ਉਹ ਪਿੱਛੇ ਹੋ ਸਕਦਾ। ਕਿ ਪਿੱਛੇ ਤੇ ਹੋਣਾ ਕੋਈ, ਮੈਂ ਬੰਦੇ ਨੂੰ ਵੇਖ ਕੇ ਥੋੜੀ ਕਰ ਰਿਹਾ। ਮੇਰਾ ਇਮਤਿਹਾਨ ਹੈ। ਆ ਗਿਆ ਅਗਲੇ ਬੰਨੇ ਇਮਤਿਹਾਨ, ਆ ਗਿਆ ਸਾਹਮਣੇ। ਉੱਥੇ ਕੀ ਭਾਵੇਂ ਤੂੰ ਪਾਸ ਹੋ ਜਾਓ ਭਾਵੇਂ ਭੱਜ ਜਾਓ। ਉਹਦੇ ਕਹਿੰਦੇ ਆ ਚਿੱਕੜ ਚ, ਮੇਰੇ ਵਰਗਾ ਕਹਿੰਦਾ ਦਫਾ ਕਰੋ, ਚਿੱਕੜ ਚ ਕੀ ਜਾਣਾ ਨਿੱਜਰ ਸਾਹਿਬ। ਪਰ ਉਹ ਕਹਿੰਦੇ ਮੈਂ ਨਹੀਂ ਜੋ ਪਿੱਛੇ ਹੋਣਾ। ਚਿੱਕੜ ਪਵੇ, ਭਾਵੇਂ ਕੰਬਲ ਖਰਾਬ ਹੋ ਜਾਏ, ਗੰਦਾ ਹੋ ਜਾਏ, ਮੰਦਾ ਹੋ ਜਾਏ, ਘਾਟਾ ਪੈ ਜਾਏ, ਨੁਕਸਾਨ ਹੋ ਜਾਏ, ਮੈਂ ਨਹੀਂ ਜੋ ਸਟੈਪ ਬੈਕ ਕਰ। ਇਹ ਜੋ ਗੱਲਬਾਤ, ਇਹੋ ਹੀ ਜੀਵਨ ਆ। ਬਿਲਕੁਲ, ਇਹ ਬੜਾ ਔਖਾ ਗੇਮ ਹੈ। ਖਰੀਦ ਲਿਆ ਕਰੋ, ਚੰਗੇ ਕਰਮ ਹਮੇਸ਼ਾ ਹੀ ਲੈ ਲਓ, ਪਰਹੇਜ਼ ਕਰੋ। ਕੀਮਤੀ ਖਜ਼ਾਨੇ ਨੇ ਉਹ। ਕਿਉਂਕਿ ਦੇਖੋ ਇਹ ਕਿੱਥੋਂ ਪਤਾ ਲੱਗੂ ਸਾਡੀ ਕੈਪੇਬਿਲਿਟੀ ਦਾ? ਕਿਹੜਾ ਅਸੀਂ ਰੱਬ ਕਰਦੇ ਫਿਰਦੇ ਤੇ ਪਾਠ ਪੜ੍ਹਦੇ ਫਿਰਦੇ ਉਹ ਰੱਬ ਆ? ਨਹੀਂ। ਇਮਤਿਹਾਨ ਅਸਲੀ ਜੀਵਨ ਚ ਉਹ ਬੜਾ, ਜਿਹੜਾ ਆਪਾਂ ਰੱਬ ਕਰਦੇ ਹਾਂ, ਉਹ ਬੜਾ ਉੱਪਰਲਾ ਹੈ। ਜਦੋਂ ਪ੍ਰੈਕਟੀਕਲੀ ਉਹ ਸਾਹਮਣੇ, ਉਹ ਉੱਥੇ ਸੱਚ ਨੂੰ ਜਿੰਦਾ ਕਰਨਾ ਹੈ, ਫਿਰ ਉਹ ਕਹਿੰਦੇ ਆ ਤੁਹਾਡੀ ਕੰਬਲੀ ਵੀ ਗੰਦੀ ਹੋ ਜਾਣੀ ਹੈ, ਲਿਬੜ ਜਾਣੀ ਚਿੱਕੜ ਦੇ ਵਿੱਚ। ਮਤਲਬ ਤੁਹਾਡੇ ਪੱਲੋਂ ਚੱਲ ਜਾਣਾ ਹੈ, ਫਾਇਦਾ ਨਹੀਂ ਹੋਣਾ, ਨੁਕਸਾਨ ਹੋਣਾ। ਪਰ ਕਹਿੰਦੇ ਨਹੀਂ, ਨੁਕਸਾਨ ਹੋਵੇ ਜੋ ਮਰਜ਼ੀ ਹੋ ਜੇ, ਸੱਜਣਾ ਤੂੰ ਘਾਟੇ ਚ ਨਹੀਂ ਹੈਗਾ। ਇੰਨੀ ਗੱਲ ਉਹ ਕਹਿੰਦੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ, ਬਹੁਤ ਵਧੀਆ ਜੀ। ਦੇਖੋ ਮੈਂ ਸੋਚ ਰਿਹਾ ਹਾਂ ਬਈ ਫਰੀਦ ਜੀ ਦੇ ਸ਼ਲੋਕ ਦੇਖੋ ਇਸ ਤਰ੍ਹਾਂ ਅਖੀਰ ਚ ਲਾਏ ਆ। ਦੇਖੋ ਕਬੀਰ ਜੀ ਦੇ, ਫਰੀਦ ਜੀ ਦੇ, ਕਮਾਲ ਦਾ ਗਿਆਨ ਪਿਆ ਹੋਇਆ। ਗੋਰਖੀ ਸਾਹਿਬ ਕਮਾਲ ਦਾ ਗਿਆਨ ਹੈ। ਬਹੁਤ ਵਧੀਆ ਜੀ। ਨਿੱਜਰ ਸਾਹਿਬ ਜਿਹੜੀ ਬਾਣੀ ਨਾ ਪ੍ਰੋਪਰਲੀ ਅਰੇਂਜ ਕੀਤੀ ਉਹਨਾਂ ਨੇ ਬ੍ਰਹਮ ਗਿਆਨੀਆਂ ਨੇ। ਐਵੇਂ ਨਹੀਂ, ਸਾਰੀ ਬਾਣੀ ਦੀ ਫਿਲਟਰੇਸ਼ਨ ਹੋ ਕੇ ਆਈ ਹੈ, ਇੱਕ ਵੀ ਗਲਤੀ ਨਹੀਂ ਹੈਗੀ। ਵਾਹ ਜੀ ਵਾਹ। ਕਿੱਥੇ ਤੁਹਾਨੂੰ ਕਿਤੇ ਮਿਸਗਾਈਡ ਕੀਤਾ? ਜੇ ਤਾਂ ਮੈਂ ਵੇਖਣਾ ਕੜਾਹ ਵਾਲਾ ਹਿਸਾਬ ਹੈ, ਜਿੱਥੋਂ ਮਰਜ਼ੀ ਤੁਸੀਂ ਬੁੱਕ ਭਰ ਕੇ ਖਾਓ, ਉੱਥੋਂ ਹੀ ਸ਼ੁਰੂ ਹੋ ਜਾਂਦੀ। ਬਹੁਤ ਉੱਚੇ ਵਿਚਾਰ, ਉੱਚੀ ਸੋਚ। ਜੇਕਰ ਸਾਡੇ ਇਹ ਇੱਕ ਵੀ ਸਾਡੇ ਅੱਖਰ ਸਾਡੇ ਪੱਲੇ ਪੈ ਜਾਂਦਾ ਤੇ ਅਸੀਂ ਮੁਕਤ ਹੋ ਜਾਂਦੇ। ਇੰਨੀ ਵੱਡੀ ਗੱਲ। ਅੱਜ ਦੇ ਵਿਚਾਰ ਨਿੱਜਰ ਸਾਹਿਬ ਇੱਥੇ ਸਮਾਪਤ ਕਰਦੇ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇੱਕ ਅਰਦਾਸ ਕਰਨੀ ਸੀ ਨਾ, ਉਹ ਕਹਿੰਦੇ ਲੱਤ ਦਾ ਆਪਰੇਸ਼ਨ। ਹਾਂਜੀ, ਇੱਕ ਹੋਰ ਕਰ ਦੇਣਾ ਗੁਰਕੀ ਸਾਹਿਬ। ਇੱਕ ਬੀਬੀ ਹੈਗੀ, ਉਹਦਾ ਘਰੇਲੂ ਕੋਈ ਮਸਲੇ ਹੈਗੇ ਵਿਚਾਰੀ ਦੇ, ਆਪਣੇ ਹਮੇਸ਼ਾ ਹੀ ਹੁੰਦੀ ਹੈ, ਆਪਣੇ ਨਾਲ ਸਾਧਕ ਹੈਗੇ, ਤੇ ਮਹਾਰਾਜ ਜਿਹੜੇ ਹੈਗੇ ਉਹ ਉਸ ਤੋਂ ਉਹਨੂੰ ਸਫਲਤਾ ਦੇ, ਨਿਜਾਤ ਬਖਸ਼ੇ ਜੀ। ਹਾਂਜੀ ਵੀਰ ਜੀ, ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨੂੰ ਅੱਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ
ਬਖਸ਼ਣੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ। ਇੱਕ ਵੀਰ ਦੀ ਅਰਦਾਸ ਹੈ, ਉਹ ਕਹਿੰਦੇ ਲੱਤ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਆਪ ਠੀਕ ਕਰੋ, ਤੰਦਰੁਸਤੀ ਬਖਸ਼ੋ ਮੇਰੇ ਮਾਲਿਕ, ਦਿਨ ਰੋਗਤਾ ਬਖਸ਼ੋ। ਇੱਕ ਅਰਦਾਸ ਮੇਰੇ ਪਿਤਾ ਹੋ ਰਹੀ ਹੈ ਮਾਤਾ ਦੀ, ਉਹ ਕਹਿੰਦੇ ਕੋਈ ਪਰਿਵਾਰਿਕ ਕਸ਼ਟ ਹੈ, ਹਾਂਜੀ ਹਾਂਜੀ, ਆਪ ਜਾਨੀ ਜਾਣੋ ਮੇਰੇ ਪਿਤਾ, ਉਹਨਾਂ ਦਾ ਮਾਰਗਦਰਸ਼ਨ ਕਰੋ, ਜੋ ਵੀ ਮੁਸ਼ਕਲ ਆਈ ਉਹਨੂੰ ਦੂਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।